ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਸਾਹਿਬ ਵੈਲਕਮ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਚਾਵਲਾ ਸਾਹਿਬ, ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਸਾਰਿਆਂ ਸਰੋਤਿਆਂ ਨੂੰ ਜੀ, ਧੰਨਵਾਦ ਨਾਲ ਜੋੜਨ ਲਈ ਸ਼ੁਕਰੀਆ ਤੁਹਾਡਾ। ਦੋਸਤੋ, ਸਰਦਾਰ ਜਸਵੀਰ ਸਿੰਘ ਜੀ ਪੱਟੀ ਇਸ ਵਕਤ ਉਹਨਾਂ ਦੀ ਤਬੀਅਤ ਜਿਹੜੀ ਹੈ ਅੰਮ੍ਰਿਤਸਰ ਦੇ ਵਿੱਚ ਮੈਨੂੰ ਡੇਂਗੂ ਲੜ ਗਿਆ ਨਹੀਂ, ਇੱਕ ਫਿਲਮ ਦੇ ਵਿੱਚ ਗਾਣਾ ਵੀ ਸੀਗਾ, ਮੈਨੂੰ ਡੇਂਗੂ ਲੜ ਗਿਆ ਨਹੀਂ ਤੇਰੇ ਕਿੱਥੇ ਲੜ ਗਿਆ ਨਹੀਂ। ਹੁਣ ਪੱਟੀ ਸਾਹਿਬ ਦੇ ਪਤਾ ਨਹੀਂ ਕਿੱਥੇ ਲੜਿਆ, ਪਰ ਉਹਨਾਂ ਨੇ ਸਾਨੂੰ ਦੱਸਿਆ ਵੀ ਡੇਂਗੂ ਆ ਤੇ ਨਾਲ ਟਾਈਫਾਈਡ, ਪਰ ਚੜ੍ਹਦੀ ਕਲਾ ਦੇ ਵਿੱਚ ਨੇ। ਉਹਨਾਂ ਨੇ ਕਿਹਾ ਕਿ ਉਸ ਦਿਨ ਵੀ ਪ੍ਰੋਗਰਾਮ ਕੀਤਾ ਸੀਗਾ। ਹੁਣ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਬਾਬਾ ਜੀ ਕਰੋ ਮਾੜਾ ਜਿਹਾ ਰੈਸਟ, ਅਤੇ ਫਿਰ ਸੋਮਵਾਰ ਨੂੰ ਤੁਹਾਡੇ ਨਾਲ ਕਰਦੇ ਹਾਂ ਗੱਲ ਤੁਹਾਡੇ ਰੈਗੂਲਰ ਟਾਈਮ ਦੇ ਉੱਤੇ। ਸੋ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਇਸ ਸਮੇਂ ਹਾਜ਼ਰ ਨੇ ਵੌਇਸ ਆਫ ਸਿਟੀ 1320 AM ਤੇ ਤੁਸੀਂ ਵੀ ਅਰਦਾਸ ਕਰੋ ਕਿ ਬਾਬਾ ਜੀ ਜਲਦੀ ਜਲਦੀ ਠੀਕ ਹੋਣ ਤੇ ਕਰਾਰੀਆਂ ਗੱਲਾਂ ਬਾਤਾਂ ਦੋਨਾਂ ਭਾਵਾਂ ਦੇ ਚੱਲਦੀਆਂ ਰਹਿਣ। ਤੇ ਚੱਲਦੇ ਹੁਣ ਫਿਰ ਆਪਾਂ ਪਟਿਆਲੇ। ਸਵਾਗਤ ਹੈ ਇੱਕ ਵਾਰੀ ਫਿਰ ਤੋਂ ਜੀ। ਸ਼ੁਕਰੀਆ ਚਾਵਲਾ ਸਾਹਿਬ, ਧੰਨਵਾਦ ਤੁਹਾਡਾ, ਬਹੁਤ ਸ਼ੁਕਰੀਆ। ਕਿੱਥੋਂ ਸ਼ੁਰੂ ਕਰੀਏ? ਬੜਾ ਕੁਛ ਪਿਆ, ਕਾਫੀ ਕੁਛ ਹਿੱਲਿਆ ਪਿਆ ਪੰਜਾਬ ਦੇ ਵਿੱਚ, ਕਿਤੋਂ ਵੀ ਫੜ ਸਕਦੇ ਕਰਨੀ ਆਪਾਂ। ਦਿਲ ਹੈ ਕਿ ਮਾਨਤਾ ਨਹੀਂ। ਅੱਛਾ ਚਲੋ ਕਰਦੇ ਆ ਮਦਨ ਲਾਲ ਜਲਾਲਪੁਰ। ਅੰਮ੍ਰਿਤ ਨਾਲ ਮਿਲ ਕੇ ਅਰੂਸਾ ਆਲਮ ਰਾਹੀਂ ਹਨੀ ਸੇਖੋਂ ਦੀ ਵਿਚੋਲਗੀ ਵਿੱਚ ਪਰਨੀਤ ਕੌਰ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ। ਮਦਨ ਲਾਲ ਜਲਾਲਪੁਰਾ ਨੇ ਦੁਬਾਰਾ ਚੋਣ ਲੜਨ ਦੀ ਦਿੱਤੀ ਚੁਣੌਤੀ। ਇੱਥੇ ਰੱਖੋ, ਕੀ ਕਹਿਣਾ ਚਾਹੋਗੇ? ਅਬਦੁੱਲਾ ਜਲਾਲਪੁਰ ਚਾਵਲਾ ਸਾਹਿਬ ਪਹਿਲਾਂ ਬੜੇ ਚਹੇਤਿਆਂ ਵਿੱਚ ਸੀਗਾ, ਮਹਿਲਾਂ ਦਾ ਬੜਾ, ਮੋਤੀ ਮਹਿਲ ਦਾ ਬੜਾ ਚਹੇਤਾ ਬੰਦਾ ਸੀ ਇਹ। ਬਸ ਮਹਿਲਾਂ ਦੇ ਕਬੂਤਰ ਹੀ ਉੜਦੇ ਹੁੰਦੇ ਆ। ਹਾਂ, ਤੇ ਦੇਖੋ ਸਭ ਤੋਂ ਵੱਧ ਵੋਟਾਂ ਪੰਜਾਬ 'ਚ ਲੈ ਕੇ ਜਿੱਤਣ ਵਾਲਾ MLA ਇਹ। ਮਤਲਬ ਆਮ ਪਰਿਵਾਰ, ਆਮ ਗਰੀਬ ਪਰਿਵਾਰ 'ਚੋਂ ਉੱਠ ਕੇ ਅੱਜ ਬਹੁਤ ਵੱਡਾ, ਇੱਕ ਤਰ੍ਹਾਂ ਦਾ ਬਹੁਤ ਵੱਡੀ ਧਿਰ ਹੈ ਮਦਨ ਲਾਲ ਜਲਾਲਪੁਰ। ਪਿਛਲੇ ਦਿਨ ਇਹਦੇ ਹਲਕੇ ਦੇ ਵਿੱਚ ਸ਼ਰਾਬ ਦੀ ਫੈਕਟਰੀ ਫੜੀ ਗਈ ਸੀ, ਤਾਂ ਕਾਫੀ ਚਰਚਾ ਹੋਈ ਸੀ। ਆਮ ਆਦਮੀ ਪਾਰਟੀ ਵਾਲਿਆਂ ਨੇ ਇਹਦੇ ਪ੍ਰੋਟੈਸਟ ਕੀਤੇ, ਧਰਨੇ ਮਾਰੇ ਇਹਦੇ ਬਾਹਰ ਕੇ ਇਹ ਸ਼ਰਾਬ ਦੀ ਫੈਕਟਰੀ ਮਦਨ ਲਾਲ ਜਲਾਲਪੁਰ ਦੀ ਆ। ਇਹਦਾ ਕੁੜਮ ਹੈਗਾ ਹਰਦਿਆਲ ਸਿੰਘ ਕੰਬੋਜ, ਉਹ ਬਿਲਕੁਲ ਗੁਆਂਢੀ ਹਲਕਾ ਹੈਗਾ ਰਾਜਪੁਰਾ, ਕਹਿੰਦੇ ਇਹਨਾਂ ਦੀ ਆ, ਇਕੱਠੇ ਨੇ ਇਹ ਸਾਰਾ ਕੁਝ। ਹੁਣ ਸਾਹਮਣੇ ਆਇਆ ਮਦਨ ਲਾਲ ਜਲਾਲਪੁਰ ਕਹਿੰਦਾ ਮੇਰੇ ਜੋ ਫੈਕਟਰੀ ਫੜੀ ਗਈ ਸੀ ਉਹ ਸਾਰੀ ਸਾਜ਼ਿਸ਼ ਵੀ ਮਹਿਲਾਂ ਦੀ ਸੀਗੀ। ਮਹਿਲਾਂ ਵੱਲੋਂ ਸਾਜ਼ਿਸ਼ ਕਰਕੇ ਮੈਨੂੰ ਫਸਾ ਕੇ ਉਹ ਚਾਹੁੰਦੇ ਸੀ ਕਿ ਮੈਂ ਮਹਿਲਾਂ ਦਾ ਵਫਾਦਾਰ ਰਵਾਂ, ਪਰ ਮੈਂ ਆਪਣੀ ਗੱਲ ਤੇ ਅੜਿਆ ਰਿਹਾ। ਉਹ ਸ਼ਰਾਬ ਦੀ ਫੈਕਟਰੀ ਨਾ ਮੇਰੀ ਸੀ, ਨਾ ਮੈਂ ਮਹਿਲਾਂ ਦੇ ਅੱਗੇ ਝੁਕਿਆ। ਉਹਨੇ ਕਿਹਾ ਕਿ ਬੜੀ ਕਮਾਲ ਦੀ ਗੱਲ ਹੈ ਕਿ ਪਰਨੀਤ ਕੌਰ ਕਹਿੰਦੀ ਹੈ ਕਿ ਮੈਂ ਠੀਕ ਹਾਂ, ਮੇਰੀ ਲੋਕਾਂ ਵਿੱਚ ਸੇ ਆ। ਕਹਿੰਦਾ ਆ ਜਾਓ ਫਿਰ ਤੁਸੀਂ ਰਿਜ਼ਾਈਨ ਕਰੋ ਮੈਂਬਰ ਪਾਰਲੀਮੈਂਟ ਦੀ ਸੀਟ ਤੋਂ, ਠੀਕ ਹੈ, ਤੇ ਰਿਜ਼ਾਈਨ ਕਰਕੇ ਦੁਬਾਰਾ ਫੇਰ ਲੜ ਲਓ ਚੋਣ, ਤੈਨੂੰ ਪਤਾ ਲੱਗ ਜਾਏਗਾ ਕਿ ਪਟਿਆਲੇ ਵੀ ਤੁਹਾਡੀ ਕਿੰਨੀ ਕੁ ਸੇ ਹੈਗੀ ਆ, ਕਿੰਨੇ ਲੋਕ ਤੁਹਾਨੂੰ ਮੰਨਦੇ ਆ। ਉਹ ਕਹਿੰਦੀ ਕਮਾਲ ਦੀ ਗੱਲ ਇਹ ਆ ਵੀ ਕੈਪਟਨ ਅਮਰਿੰਦਰ ਸਿੰਘ, ਅਰੂਸਾ ਆਲਮ, ਹਨੀ ਸੇਖੋਂ ਪਰਨੀਤ ਕੌਰ ਦਾ ਬਹੁਤ ਮੇਰੇ ਪਰਸਨਲ ਸੀਗਾ ਬੰਦਾ। ਅੱਜ ਕੱਲ ਤੱਕ ਸੂਚਨਾ ਕਮਿਸ਼ਨ ਦਾ ਉਹ ਚੇਅਰਮੈਨ ਹੈਗਾ। ਉਹ ਭਰਾਵਾ ਹਨੀ ਨਾਂ ਹੀ ਬੜੇ ਚਰਚਾ ਚ ਵਾ, ਬੜਾ ਹਨੀ ਸੇਖੋਂ, ਬੜਾ ਹਨੀ ਨਾ ਪਿਤਾ ਚਾਵਲਾ ਸਾਹਿਬ ਨਾ ਹਨੀ ਦੇ ਵੈਸੇ ਜਦੋਂ ਹਨੀ ਸੁਣ ਲਈਏ ਨਾ ਸਾਰਾ ਕੁਝ ਸਾਈਡ ਤੇ ਹੋ ਜਾਂਦਾ। ਹਨੀ ਮਤਲਬ ਸ਼ਾਇਦ ਆ ਵੇਖੋ ਕਿੰਨੀ ਮਿਹਨਤ ਨਾਲ ਇੱਕ ਮੱਖੀ ਜਾਂਦੀ ਹੈ, ਇੱਕ ਫੁੱਲ ਦੇ ਉੱਤੇ ਜਾ ਕੇ ਭਾਰਾ ਜਿਹੜਾ ਰਸ ਚੂਸ ਕੇ ਲੈ ਕੇ ਆਉਂਦਾ। ਪਤਾ ਨਹੀਂ ਸ਼ਾਇਦ ਦਾ ਟੀਮ ਵਰਕ ਬੜਾ ਵੱਡਾ ਹੁੰਦਾ ਹੈ, ਤੁਹਾਨੂੰ ਪਤਾ ਇਹਨਾਂ ਦਾ ਟੀਮ ਵਰਕ ਵੇਖੋ ਕਿੰਨਾ ਵੱਡਾ। ਇਹਨਾਂ ਦੀ ਜੇਕਰ ਤੁਸੀਂ ਇਹਨਾਂ ਦੀ ਸਟੱਡੀ ਕਰ ਲਾ ਪੋ ਤਾਂ ਤੁਸੀਂ ਉੱਧਰਲੇ ਪਾਸੇ ਤੁਰ ਜਾਓ, ਦੁਨੀਆ ਭੁੱਲ ਜਾਓਗੇ। ਇੱਕ ਹਨੀ ਬੀ ਜਿਹੜਾ ਹੈ ਉਹ ਬੱਖੀ ਜਿਹੜੀ ਜਾਂਦੀ ਆ ਉਹ ਕਿੱਥੋਂ ਤੱਕ ਹੋ ਕੇ ਆਪਾਂ ਨੂੰ ਇੰਨਾ ਨਹੀਂ ਰਾਵਾਂ ਦਾ ਪਤਾ ਹੁੰਦਾ। ਤੇ ਵੇਖੋ ਉਹ ਕੁਦਰਤ ਨੇ ਉਹਦੇ ਵਿੱਚ ਕਿੰਨਾ ਮਾਦਾ ਪਾਇਆ, ਨਿੱਕੀ ਜੀ ਚੀਜ਼ ਦੇ ਵਿੱਚ ਮਾਦਾ ਮਤਲਬ ਦਿਮਾਗ ਹੈ। ਉਹ ਰਾਜ ਨਹੀਂ ਭੁੱਲਦੀ, ਆਪਣੇ ਗਰੁੱਪ ਕੋਲ ਚਲ ਜਾਂਦੀ, ਚਾਹੇ ਉੱਥੇ ਸਜੇ ਕਿੰਨੇ ਮਰਜ਼ੀ ਲੱਗੇ ਹੋਣ। ਬਿਲਕੁਲ, ਪਰ ਉਹਨਾਂ ਦੀ ਨਿਗਰਾਨੀ ਕਰਨ ਵਾਸਤੇ ਵੀ ਥਾਣੇਦਾਰ ਵੀ ਹੁੰਦੇ ਜੇ, ਉਹਨਾਂ ਦੀ ਨਿਗਰਾਨੀ ਕਰਨ ਵਾਸਤੇ ਇੰਸਪੈਕਟਰ ਵੀ ਮਗਰ ਹੁੰਦੇ ਜੇ ਵੀ ਕਿੰਨੇ ਗਏ ਆ ਕਿੰਨੇ ਵਾਪਸ ਆਏ ਆ। ਉੱਥੇ ਹੀ ਬੈਠੇ, ਉੱਥੇ ਵੀ ਇੱਕ ਸਿਸਟਮੈਟਿਕਲੀ ਇਹਨਾਂ ਦਾ ਕੰਮ ਚੱਲਦਾ ਵੀ ਕਿੰਨੇ ਉੱਡੇ, ਕਿੰਨੇ ਆਏ, ਕਿੱਥੇ ਗਏ, ਕਿੰਨੇ ਕੀ ਕੀਤਾ, ਕਿੰਨੇ ਨਹੀਂ ਕੀਤਾ। ਇਹ ਸਾਰਾ ਕੁਝ ਬੜਾ ਵੱਡਾ। ਪਰ ਹਨੀ ਲਫ਼ਜ਼ ਜਿਹੜਾ ਨਾ ਹੈ ਹੀ ਹਨੀ। ਅੱਗੇ ਵਧੋ ਤੁਸੀਂ। ਹਨੀ ਸੇਖੋਂ ਦਾ ਨਾ ਕਾਫੀ ਚਾਵਲਾ ਸਾਹਿਬ ਬਹੁਤ ਬੜੀ ਵੱਡੀ ਗੱਲ ਸੀਗੀ ਪਰਨੀਤ ਕੌਰ ਦੇ ਨਾਲ, ਅੱਜ ਕੱਲ੍ਹ ਵੀ ਹੈਗੀ ਆ ਹਰ ਥਾਂ ਤੇ ਹਨੀ ਸੇਖੋਂ। ਫਿਰ ਮੇਰੇ ਨਾਲ ਵੀ ਪੰਜਾਬੀ ਯੂਨੀਵਰਸਿਟੀ ਵਿੱਚ ਰੱਪ ਹੋ ਗਈ ਸੀ। ਮੈਂ ਨਾ ਪਰਨੀਤ ਕੌਰ ਨੂੰ ਪੰਜਾਬੀ ਯੂਨੀਵਰਸਿਟੀ ਵਿੱਚ ਬੜੇ ਸਖਤ ਸਵਾਲ ਪੁੱਛੇ ਤੇ ਅਨੁਸਾਰ,
ਤੇ 3-4 ਤੇ ਉਹ ਮੈਨੂੰ ਪਿੱਛੋਂ ਫੜ ਕੇ ਕਹਿੰਦਾ ਵੀ ਤੁਸੀਂ ਇਹੋ ਜਿਹੇ ਸਵਾਲ ਪੁੱਛਦੇ ਹੋ। ਮੈਂ ਵੀ ਉਹ ਮੈਨੂੰ ਪਤਾ ਨਹੀਂ ਸੀਗਾ ਵੀ ਇੰਨਾ ਜ਼ਿਆਦਾ ਨੇੜੇ ਆ, ਇਹਦੀ ਇੰਨੀ ਪਾਵਰ ਹੈਗੀ ਆ। ਪਰ ਆਪਾਂ ਫਿਰ ਉਦਾਂ ਹੀ ਬੋਲੇ ਸੀ ਉਹਦੇ ਨਾਲ। ਉਹ ਹਨੀ ਸੇਖੋਂ ਦੇ ਨਾਲ ਮਿਲ ਕੇ ਕਹਿੰਦਾ ਇਹ ਭ੍ਰਿਸ਼ਟਾਚਾਰ ਕਰਦੇ ਰਿਹਾ। ਮਦਨ ਕਹਿੰਦਾ ਹਨੀ ਸੇਖੋਂ ਨੇ ਬਹੁਤ ਵੱਡਾ ਭ੍ਰਿਸ਼ਟਾਚਾਰ ਕਰਵਾਇਆ ਹੈਗਾ। ਪ੍ਰਨੀਤ ਕੌਰ ਕਹਿੰਦੇ ਇਕੱਠੇ ਸੀਗੇ, ਪਟਿਆਲੇ ਦੇ ਕਿਸੇ ਵੀ ਹਲਕੇ ਦੇ MLA ਦੀ ਨਹੀਂ ਚੱਲ ਦਿੱਤੀ ਇਹਨਾਂ ਨੇ, ਸਾਰਾ ਕੁਝ ਆਪ ਕਰਦੇ ਰਿਹਾ ਤੇ ਬਹੁਤ ਭ੍ਰਿਸ਼ਟਾਚਾਰ ਕੀਤਾ। ਇਹ ਬੜੇ ਵੱਡੇ ਦੋਸ਼ ਲਾਏ ਮਦਨ ਨੇ। ਮਦਨ ਲਾਲ ਜਲਾਲਪੁਰ ਨੂੰ ਕਹਿਣਾ ਚਾਹੁੰਦੇ ਆ, ਮਦਨ ਜੀ ਬਿਲਕੁਲ ਤੁਸੀਂ ਦੋਸ਼ ਲਾ ਰਹੇ ਹੋ, ਦੋਸ਼ ਲਾਉਣਾ ਤੁਹਾਡਾ ਅਧਿਕਾਰ ਹੈ, ਤੁਹਾਡਾ ਹੱਕ ਹੈ, ਤੁਸੀਂ ਲਾ ਸਕਦੇ ਹੋ। ਕਿਉਂਕਿ ਜਦੋਂ ਬੰਦਾ ਕਿਤੇ ਨਿਮਾਣਾ ਹੁੰਦਾ ਨਾ, ਉਹਦੇ ਉੱਪਰ ਦੋਸ਼ ਲਾਉਣਾ ਸਾਡੀ ਇੱਕ ਫਿਤਰਤ ਬਣ ਜਾਂਦੀ ਹੈ ਕਈ ਵਾਰੀ ਬੰਦਿਆਂ ਦੀ। ਪਰ ਇੱਕ ਗੱਲ ਹੈ, ਤੁਸੀਂ ਸਰਕਾਰ ਦੇ ਵਿੱਚ ਹੈਗੇ ਹੋ, ਤੁਹਾਡੇ ਮੁੱਖ ਮੰਤਰੀ ਚੰਨੀ ਜੀ ਹੈਗੇ ਆ, ਤੁਹਾਡੇ ਨਵਜੋਤ ਸਿੱਧੂ ਜਿਹੜੇ ਹੈਗੇ ਆ ਉਹ ਤੁਹਾਡੇ ਘਰ ਆਉਂਦੇ ਆ, ਤੁਹਾਡੇ ਨਾਲ ਬਹੁਤ ਨੇੜਤਾ ਹੈਗੀ ਆ। ਕਿਉਂ ਨਹੀਂ ਤੁਸੀਂ ਇੱਕ ਜਾਂਚ ਬਿਠਾਓ ਅਮਰਿੰਦਰ ਰੂਸਾ, ਪ੍ਰਨੀਤ ਹਨੀ ਸੇਖੋਂ ਦੇ ਖਿਲਾਫ ਵਿਜੀਲੈਂਸ ਦੀ, ਤਾਂ ਕਿ ਪਤਾ ਲੱਗ ਸਕੇ। ਇਹ ਬਿਆਨਬਾਜ਼ੀ ਕਰਨ ਨਾਲ ਕੀ ਫਾਇਦਾ? ਪਤਾ ਸਪਸ਼ਟ ਹੋਵੇ ਨਾ ਵੀ ਤੁਸੀਂ ਜਾਂਚ ਕਰਾਓ ਵੀ ਆਹ ਦੇਖੋ ਜੀ ਕਿੰਨੀ ਕਰਪਸ਼ਨ ਕੀਤੀ ਹੈ। ਦੋਸ਼ ਲਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ। ਦੋਸ਼ ਲਾ ਕੇ ਇੱਕ ਬੰਦੇ ਦੇ ਉੱਪਰ ਹੁਣ ਸਾਨੂੰ ਇੱਥੇ ਬੋਲਣਾ ਪੈਂਦਾ, ਦੋਸ਼ ਲਾਏ ਨੇ, ਪਰ ਤੁਸੀਂ ਜਾਂਚ ਕਰਾਉਣ ਵਾਸਤੇ ਵਿਜੀਲੈਂਸ ਦੇ ਵਿੱਚ ਅਰਜ਼ੀ ਦਿਓ, ਸਰਕਾਰ ਨੂੰ ਕਹੋ ਕਿ ਹਨੀ ਸੇਖੋਂ ਦੀ ਜਾਂਚ ਕਰਾਓ, ਕਿੰਨਾ ਕਰਪਸ਼ਨ ਕੀਤੀ ਆ। ਚਲੋ ਸਰ ਕੀ ਬਾਤ। 9058131320 ਇਹ ਕਹਿੰਦੇ ਆ ਕਿ ਸਮਾਂ ਬੜਾ ਬਲਵਾਨ ਹੈ, ਦੁਬਾਰਾ ਚੋਣ ਲੜਨ ਦੀ ਚੁਣੌਤੀ ਦਿੱਤੀ ਹੈ ਤੇ ਜਿਨ੍ਹਾਂ ਦੇ ਕਦੀ ਉਹ ਕੀ ਬਾਤ ਹੈ ਗਾਨੀ ਵਾਲੀ ਗੱਲ ਵੀ ਨਹੀਂ ਕਰਦੇ। ਚਾਵਲਾ ਸਾਹਿਬ ਮਿਲਣ ਵਾਸਤੇ ਟਾਈਮ ਮੰਗਦੇ ਪਏ ਸੀਗੇ, ਬਾਹਰ ਨਾ ਬੈਠੇ ਹੁੰਦੇ ਸੀਗੇ SP ਸਿੰਘ, ਬਾਹਰ ਬੈਠੇ ਹੁੰਦੇ ਸੀਗੇ ਉੱਥੇ ਗੁਰਮੇਲ ਸਿੰਘ ਖਾਸ ਕਰਕੇ ਪ੍ਰਨੀਤ ਕੌਰ ਦੇ ਨਾਲ ਪਹਿਲਾਂ ਹੁੰਦੇ ਸੀਗੇ, ਬਾਹਰ ਬੈਠੇ ਹੁੰਦੇ ਸੀਗੇ, ਮਿੰਟਾਂ ਕਰਦੇ ਸੀ। ਮੈਂ ਦੇਖੇ ਨੇ ਪਹਿਲਾਂ ਦੇ ਵਿੱਚ ਮਿੰਟਾਂ ਕਰਦੇ ਲੋਕ ਇਹ, ਤੇ ਵੀ ਮਿਲਾ ਦਿਓ ਯਾਰ। ਵਕਤ ਦੀ ਗੱਲ ਆ, ਕਹਿੰਦੇ ਉਹੀ ਸਮੇਂ ਸਮਰੱਥ, ਉਹੀ ਅਰਜਨ ਦੇ ਬਾਣ ਸੀ ਤੇ ਉਹੀ ਅਰਜਨ ਦੇ ਹੱਥ ਪਰ ਚੱਲੇ ਨਹੀਂ। ਚਲੋ, ਲਾਲ ਕਿਲ੍ਹਾ ਹਿੰਸਾ ਪੰਜਾਬ ਵਿਧਾਨ ਸਭਾ ਕਮੇਟੀ ਨੇ ਸਾਜ਼ਿਸ਼ ਕਰਾਰ ਦਿੱਤੀ ਹੈ। ਪੀੜਤਾਂ ਦੇ ਜ਼ਖਮਾਂ ਤੇ ਮਰਮ ਲਗਾਈ ਹੈ ਪੰਜਾਬ ਸਰਕਾਰ ਨੇ। ਮੈਂ ਪੜ੍ਹ ਰਿਹਾ ਸੀ ਖਬਰ ਤੇ ਬੜਾ ਆਸ਼ਸ਼ ਕਰ ਉੱਠਿਆ ਮੈਂ। ਪਰ ਉਹ ਤਾਂ ਲਾਲ ਕਿਲ੍ਹੇ ਦੇ ਤੇ ਜਾਣ ਵਾਲੇ ਸਾਰੇ ਹੀ ਜਿੰਨੇ ਉਹਨਾਂ ਨੂੰ ਦੇਸ਼ ਧਰੋਹ, ਗਦਾਰ, ਪਤਾ ਨਹੀਂ ਕਿਹੜੇ ਕਿਹੜੇ ਲਕਬ ਦਿੱਤੇ ਨੇ, ਤੇ ਅੱਜ ਕਾਂਗਰਸ ਪਾਰਟੀ ਉਸ ਸੰਦਰਭ ਦੇ ਵਿੱਚ ਵੇਖੋ ਕਿੱਥੇ ਪੰਜਾਬ ਦੇ ਵਿੱਚ ਉਹਨਾਂ ਨਾਲ ਖੜ ਗਈ। ਕੀ ਕਹਿਣਾ ਚਾਹੋ? ਚਾਵਲਾ ਸਾਹਿਬ, ਲਾਲ ਕਿਲ੍ਹਾ ਹਿੰਸਾ ਦੇ ਵਿੱਚ ਸਰਬਜੀਤ ਕੌਰ ਮਾਣੂਕੇ, ਚੰਦੂ ਮਾਜਰਾ ਤੇ ਹੋਰ ਦੋ ਵਿਧਾਇਕਾਂ ਨੇ ਪੂਰੀ ਪੜਤਾਲ ਕੀਤੀ ਹੈ। ਕਮੇਟੀ ਬਣਾਈ ਸੀ ਵਿਧਾਨ ਸਭਾ ਵੱਲੋਂ ਤੇ ਉਹਨਾਂ ਨੇ ਵੱਖ-ਵੱਖ ਜਿਹੜੇ ਕਿ ਉੱਥੇ ਪੀੜਤ ਲੋਕ ਸੀ ਉਹਨਾਂ ਦੇ ਘਰਦਿਆਂ ਨੂੰ ਮਿਲੇ ਨੇ, ਉਹਨਾਂ ਨੂੰ ਮਿਲੇ ਨੇ ਤੇ ਇਹ ਗੱਲ ਨਤੀਜਾ ਕੱਢਿਆ ਕਿ ਟੋਟਲੀ ਜਿਹੜੀ ਲਾਲ ਕਿਲ੍ਹਾ ਹਿੰਸਾ ਹੋਈ ਆ, ਟੋਟਲੀ ਕੇਂਦਰ ਸਰਕਾਰ ਦੀ ਵੱਡੀ ਸਾਜ਼ਿਸ਼ ਸੀ। ਉਹਨਾਂ ਨੇ ਜਾਣ ਬੁੱਝ ਕੇ ਕਿਸਾਨਾਂ ਨੂੰ ਲਾਲ ਕਿਲ੍ਹੇ ਵੱਲ ਮੋੜਿਆ। 40 ਦਿਨ ਬਾਕੀ ਆ 26 ਜਨਵਰੀ ਗਣਤੰਤਰ ਦਿਵਸ ਦੇ ਵਿੱਚ। 40-45 ਦਿਨ ਥੋੜੇ ਦਿਨ ਰਹਿ ਗਏ ਚਾਵਲਾ ਸਾਹਿਬ। ਤੇ ਉਸ ਨਰ ਵਿੱਚ ਉਹਨਾਂ ਨੇ ਬੜਾ ਵੱਡੀ ਪੜਤਾਲ ਕਰਕੇ ਅੰਦਰੋਂ ਨਾ ਦੱਸਿਆ ਕਿ ਪੂਰੀ ਤਰ੍ਹਾਂ ਸਾਜ਼ਿਸ਼ ਸੀ ਤੇ ਇਹ ਸਾਜ਼ਿਸ਼ ਉਹਨਾਂ ਨੇ ਮਾਓਵਾਦੀ ਤੇ ਕਿੰਨਾ ਘਟੀਆ ਸ਼ਬਦਾਂ ਨਾਲ ਉੱਥੇ ਪੁਕਾਰਿਆ ਹੈਗਾ। ਆਪ ਲੈ ਕੇ ਗਏ ਆ, ਦੀਪ ਸਿੱਧੂ ਵਰਗੇ ਬੰਦਿਆਂ ਨੂੰ ਫਸਾਇਆ ਗਿਆ, ਹੋਰ ਬਹੁਤ ਸਾਰੇ ਬੰਦਿਆਂ ਨੂੰ ਉੱਥੇ ਫਸਾ ਕੇ ਇੱਕ ਤਰ੍ਹਾਂ ਦੇ ਖਾਲਿਸਤਾਨੀ ਕਹਿਣ ਦੀ ਕੋਸ਼ਿਸ਼ ਕੀਤੀ ਗਈ ਆ। ਬੜੀ ਵੱਡੀ ਰਿਪੋਰਟ ਆ ਚਾਵਲਾ ਸਾਹਿਬ। ਉਸ ਰਿਪੋਰਟ ਦੇ ਵਿੱਚ ਕਈ ਖੁਲਾਸੇ ਕੀਤੇ ਗਏ ਆ, ਗੱਲ ਤਾਂ ਲੰਮੀ ਆ ਤੇ ਉਸ ਦੇ ਵਿੱਚ ਇੱਕ ਵਧੀਆ ਗੱਲ ਕੀਤੀ ਆ ਪੰਜਾਬ ਸਰਕਾਰ ਨੇ। ਖੈਰ ਵਧੀਆ ਕੀਤੀ ਆ, ਵੱਖਰੀ ਗੱਲ ਆ, ਮੌਕੇ ਦੀ ਹੁੰਦੀ ਹੈ, ਕਿਸੇ ਜ਼ਖਮਾਂ ਤੇ ਮਲਮ ਲਾਉਣ ਦੀ ਗੱਲ ਹੁੰਦੀ ਆ। ਜਿਹੜੇ 83 ਲੋਕ ਪੀੜਤ ਸੀਗੇ ਉਹਨਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇਣ ਦਾ ਵੀ ਫੈਸਲਾ ਕੀਤਾ ਪੰਜਾਬ ਸਰਕਾਰ ਵੱਲੋਂ। ਇਹ ਅੱਛੀ ਗੱਲ ਹੈਗੀ ਕਿ ਚਲੋ ਪੀੜਤ ਸੀਗੇ, ਪਰ ਇਹ ਜਿਹੜੀ ਪੀੜਾ ਹੈ ਚਾਵਲਾ ਸਾਹਿਬ, ਜਿਹੜੇ ਆਮ ਲੋਕ ਵੀ ਉੱਥੇ ਜਾ ਕੇ ਨਾ ਹਿੰਸਾ ਵਿੱਚ ਮਰੇ ਆ। ਹੁਣ ਇੱਕ ਮਜ਼ਦੂਰ ਹੈ ਚਾਵਲਾ ਸਾਹਿਬ, ਇੱਥੇ ਨਾ ਰਾਏਪੁਰ ਮੰਡਲਾ ਪਿੰਡ ਆ ਇੱਕ ਪਟਿਆਲੇ ਦੇ ਕੋਲੇ, ਰਾਏਪੁਰ ਮੰਡਲਾ ਦੇ ਉਹ ਬੰਦਾ ਕੁਦਰਤੀ ਇੱਥੇ ਭਾਸੋ ਕੋਲੇ ਪਿੰਡ ਆ ਇੱਕ, ਉਹ ਉੱਥੇ ਸੀਰ ਕਰਦਾ ਸੀਗਾ ਤੇ ਉਹ ਸੀਰ ਜਿਹੜਾ ਉਹ ਉੱਥੇ ਕਰਦਾ, ਕਹਿੰਦੇ ਚੱਲ ਵੀ ਉੱਥੇ ਤੂੰ ਉੱਥੇ ਚੱਲਦੇ ਆ ਆਪਾਂ ਟਿਕਰੀ ਬਾਰਡਰ ਤੇ ਲੈ ਗਏ ਉੱਥੇ, ਤੇ ਟਿਕਰੀ ਬਾਰਡਰ ਤੇ ਉਹਦੀ ਮੌਤ ਹੋ ਗਈ। ਹੁਣ ਮੌਤ ਹੋਣ ਤੋਂ ਬਾਅਦ ਦੱਸਿਆ ਨਹੀਂ ਘਰਦਿਆਂ ਨੂੰ ਕਿ ਬੰਦਾ ਮਰ ਚੁੱਕਿਆ, ਤੇ ਜਿੱਦਣ ਭੋਗ ਸੀਗਾ ਉਦੋਂ ਪਤਾ ਲੱਗਾ ਘਰਦਿਆਂ ਨੂੰ ਕਿ ਬੰਦਾ ਮਰ ਗਿਆ। ਉਹ ਕਹਿੰਦੇ ਤੈਨੂੰ ਕੋਈ ਨਾ ਮੁਰੇ ਮੁਆਵਜ਼ਾ ਤੁਹਾਨੂੰ, ਹਾਂ ਨੌਕਰੀ ਤੁਹਾਨੂੰ ਮਿਲ ਜਾਏਗੀ। ਤੇ ਉਸ ਸੰਬੰਧ ਵਿੱਚੋਂ ਪਰਿਵਾਰ ਬੜਾ ਦੁਖੀ ਹੈਗਾ ਕਿ ਸਾਡੇ ਖੇਤ ਮਜ਼ਦੂਰ ਨੂੰ, ਸੀਰੀ ਨੂੰ ਉੱਥੇ ਲਿਜਾ ਕੇ ਮਾਰ ਦਿੱਤਾ ਗਿਆ ਤੇ ਸਾਡਾ ਜ਼ਿਕਰ ਵੀ ਨਹੀਂ ਕੀਤਾ ਜਾ ਰਿਹਾ। ਏਦਾਂ ਦੀ ਗੱਲਾਂ ਵਾਪਰੀਆਂ ਚਾਵਲਾ ਸਾਹਿਬ ਸੰਘਰਸ਼ ਦੇ ਵਿੱਚ। वॉइस ऑफ सिटी 1320 AM चावला न्यूज़ नैटवर्क टोरंटो। राकेश टकैत काफ़ी मतलब एक्टिव ने कहा संसद वाल ट्रैक्टर मार्च लिए तैयार रहन
ਸਾਰੇ ਭਾਰਤ ਦੇ ਕਿਸਾਨ। ਇੱਕ ਵਾਰੀ ਫਿਰ ਤੋਂ 26 ਜਨਵਰੀ ਗਣਤੰਤਰ ਦਿਵਸ 40 ਕੁ ਦਿਨ ਆਪਾਂ ਕਹਿ ਰਹੇ ਆ, ਅੱਜ ਕਿੰਨੀ ਹੋ ਗਈ ਆ ਜੀ ਇੱਥੇ 13 ਹੋ ਗਈ, ਤੇ ਤੁਹਾਡੇ ਕਿੰਨੀ ਹੋ ਗਈ ਉੱਥੇ? ਸਾਡੇ 13 ਜੀ, ਤੁਹਾਡੇ 12 ਮੇਰੇ ਖਿਆਲ ਚ। ਸਾਡੇ 12 ਦੀ 13 ਹੀ ਹੋ ਗਈ ਮਤਲਬ, ਤੇ ਤੁਹਾਡੇ ਤੇ ਬਾਕੀ ਤੁਸੀਂ ਲਾ ਲਓ 13 ਤੇ ਮਤਲਬ 17 ਹਾਂਜੀ, ਤੇ ਨਵੰਬਰ ਦਾ ਤੁਸੀਂ ਆ ਮਹੀਨਾ ਗਿਆ, ਤੇ ਅਕਤੂਬਰ ਦੇ ਲਾ ਲਓ, ਦਸੰਬਰ ਦੇ ਲਾ ਲਓ, ਤੇ ਬਾਕੀ ਆ ਗਈ ਜਨਵਰੀ 26 ਹੈ ਨਾ, ਮਤਲਬ 40-45 ਦਿਨ ਤੁਸੀਂ ਹਾਂਜੀ ਹਾਂ 50 ਦਿਨ ਲਾ ਲਓ, ਚਲੋ 2 ਮਹੀਨੇ ਵੀ ਨਹੀਂ ਆ, 50 ਦਿਨ ਲਾ ਲਓ। ਤੇ ਇਹਨਾਂ ਦੇ ਵਿੱਚ ਫਿਰ ਉਹੀ ਸੀਨ ਕ੍ਰੀਏਟ ਹੋ ਰਹੇ ਨੇ ਜਿਸ ਤਰੀਕੇ ਦੇ ਨਾਲ ਆਪਾਂ ਗੱਲ ਕਰ ਰਹੇ ਹਾਂ। ਉਧਰ ਕਾਂਗਰਸ ਦੀ ਇਸ ਤਰੀਕੇ ਦੇ ਨਾਲ ਉਹਨਾਂ ਨਾਲ ਡਟ ਕੇ ਖੜ ਜਾਣਾ, ਜਿੰਨੇ ਵੀ ਗਏ ਨੇ ਉਹਨਾਂ ਦੇ ਕੇਸ ਹੋਏ, ਉੱਥੇ ਮਤਲਬ ਗੋਲੀ ਚੱਲੀ, ਜੋ ਕੁਝ ਹੋਇਆ, ਹਾਲਾਤ ਬਣੇ, ਜੋ ਮਤਲਬ ਆਪਾਂ ਜਿਨ੍ਹਾਂ ਨੇ ਤਾਂ ਮਤਲਬ ਉੱਥੇ ਜਿਹੜੇ ਕਾਬੂ ਆਏ ਉਹਨਾਂ ਨੂੰ ਪਤਾ, ਜਾਂ ਜਿਨ੍ਹਾਂ ਜਿਸ ਤਰੀਕੇ ਨਾਲ ਇੱਟ ਵੱਟਾ ਚੱਲਿਆ, ਜਿਹੜੇ ਭੱਜੇ ਪੁਲਿਸ ਵਾਲੇ ਉੱਥੇ, ਜਾਂ ਜਿਹੜੇ ਸੁਰੱਖਿਆ ਕਰਮੀ ਸੀ, ਜਾਂ ਜਿਹੜੀਆਂ ਉੱਥੇ ਜਿਹੜੇ ਪਰਿਵਾਰ ਦਾ ਜਿਹੜੀ ਬਾਹਰੋਂ ਗਿਆ ਸੀਗਾ ਨੌਜਵਾਨ, ਉਹ ਚੜ੍ਹਾਈ ਕਰ ਗਿਆ, ਉਹਨਾਂ ਨੂੰ ਪੁੱਛ ਕੇ ਵੇਖੋ। ਸਾਰਾ ਕੁਝ ਆਪਾਂ ਘਟਨਾਕ੍ਰਮ ਨੂੰ ਇਕੱਠਾ ਕਰਕੇ ਵੇਖੀਏ, ਤੇ ਇੱਕ ਫਿਰ ਉਹੋ ਜਿਹਾ ਮਤਲਬ ਦਿਨ ਆ ਰਹੇ ਨੇ, ਠੰਡ ਦੇ ਦਿਨ ਆ ਰਹੇ ਨੇ, ਗਣਤੰਤਰ ਦਿਵਸ ਆ ਰਿਹਾ। ਰਾਕੇਸ਼ ਟਕੈਤ ਨੇ ਕਿਹਾ ਕਿ ਸੰਸਦ ਵੱਲ ਟਰੈਕਟਰ ਮਾਰਚ ਕਰਨ ਲਈ ਤਿਆਰ ਰਹਿਣ ਸਾਰੇ ਭਾਰਤ ਦੇ ਕਿਸਾਨ। ਹੁਣ ਸਾਰੇ ਭਾਰਤ ਦੇ ਕਿਸਾਨ, ਪਹਿਲਾਂ ਵੀ ਸਾਰੇ ਭਾਰਤ ਦੇ ਕਿਸਾਨ, ਇਹ ਬਿਆਨ ਮਤਲਬ ਚਿੱਥਣ ਵਾਲਾ ਬਿਆਨ ਆ, ਤਾਂ ਕਰਕੇ ਮੈਂ ਜ਼ਿਆਦਾ ਜ਼ੋਰ ਪਾ ਰਿਹਾ ਕਿ ਪਹਿਲਾਂ ਵੀ ਕਹਿ ਦਿੱਤਾ ਸੀ ਸਾਰੇ ਭਾਰਤ ਦੇ ਕਿਸਾਨ। ਹੁਣ ਕਿਸਾਨ ਦੇ ਘਰ ਜੰਮਿਆ ਹੋਇਆ ਹਰ ਇੱਕ ਬੰਦਾ, ਇਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਕਿ ਕਿਵੇਂ ਟਰੈਕਟਰ ਤਿਆਰ ਹੋ ਰਹੇ ਸੀ ਇੰਡੀਆ ਦੇ ਵਿੱਚ, ਤੁਹਾਨੂੰ ਯਾਦ ਆ? ਬਹੁਤ ਜ਼ਿਆਦਾ ਕਿਵੇਂ ਟਰੈਕਟਰ ਤਿਆਰ ਹੋ ਰਹੇ ਸੀ, ਕਿਵੇਂ ਟਰੈਕਟਰ ਟਰਾਲੀਆਂ ਜਾ ਰਹੀਆਂ ਸੀ, ਕਿਵੇਂ ਜਕਾਰੇ ਗਲਾਏ ਜਾ ਰਹੇ ਸੀ, ਕਿਵੇਂ ਉੱਥੇ ਰੌਣਕ ਮੇਲਾ ਸੀ ਇਹਨਾਂ ਦਿਨਾਂ ਦੇ ਵਿੱਚ ਉੱਥੇ। ਤੁਸੀਂ ਵੀ ਇਹਨਾਂ ਦਿਨਾਂ 'ਚ ਮੇਰਾ ਗੇੜਾ ਗੂੜਾ ਲਾ ਕੇ ਆਏ ਹੋਵੋਗੇ, ਜਾਂ ਉਦੋਂ ਬਾਅਦ ਲਾ ਕੇ ਆਏ ਹੋਵੋਗੇ। ਕੋਈ ਬੰਦਾ ਜਿਹੜਾ ਸੀ ਉਹ ਇੱਕ ਕਿਸਮ ਦਾ ਧਾਰਮਿਕ ਸਥਾਨ ਬਣ ਗਿਆ ਸੀਗਾ ਕਿ ਯਾਰ ਰਹਿ ਨਾ ਜਾਵੇ ਕੋਈ, ਖਾਸ ਤੌਰ ਤੇ ਕਿਸਾਨਾਂ ਨੂੰ ਪਿਆਰ ਕਰਨ ਵਾਲਾ, ਹਨਾ। ਬਿਲਕੁਲ ਇੱਕ ਤਰ੍ਹਾਂ ਦਾ ਮੱਕਾ ਬਣ ਗਿਆ ਸੀ। ਹਾਂ, ਕੀ ਕਹਿਣਾ ਚਾਹੋ? ਇਹਨਾਂ ਨੇ ਮਤਲਬ ਕਿ ਕਿਹਾ ਵੀ ਸਾਰੇ ਕਿਸਾਨ ਟਰੈਕਟਰ ਲਈ ਤਿਆਰ ਰਹਿਣ, ਆਪਾਂ ਮਾਰਚ ਕਰ ਸਕਦੇ ਹਾਂ। ਵੈਸੇ ਤਾਂ ਇੱਕ ਐਲਾਨ ਹੋਇਆ ਚਾਵਲਾ ਸਾਹਿਬ, ਇੱਕ ਸਿਰਸਾ ਸਾਹਿਬ ਨੇ ਵੀ ਗੱਲ ਇਹ ਆਖੀ ਹੈ, ਬਲਦੇਵ ਸਿਰਸਾ ਨੇ, ਕਹਿੰਦੀ ਵੀ ਟਕੈਤ ਸਾਹਿਬ ਦਾ ਆਪਣਾ ਬਿਆਨ ਹੈਗਾ, ਖੈਰ ਉਹ ਬਿਆਨ ਦੇ ਰਹੇ ਨੇ, ਇਹਦਾ ਕੋਈ ਸੰਦਰਭ ਜਿਹੜਾ ਹੈਗਾ ਹੋਰ ਤਰ੍ਹਾਂ ਦਾ। ਪਰ ਸਾਡਾ ਮਕਸਦ ਕੀ ਆ, ਅਸੀਂ ਜਦੋਂ ਪਾਰਲੀਮੈਂਟ ਦੇ ਵਿੱਚ ਸੈਸ਼ਨ ਚੱਲਣਾ ਹੈਗਾ 29 ਤਰੀਕ ਤੋਂ, 29 ਤਰੀਕ ਤੋਂ ਅਸੀਂ ਜਿਹੜਾ ਹੈਗੇ ਆ ਟਰੈਕਟਰ ਮਾਰਚ ਕਰਾਂਗੇ। 500 ਬੰਦਾ ਜਾਏਗਾ ਉੱਥੇ, 500 ਬੰਦਾ ਜਾ ਕੇ ਅਸੀਂ ਉੱਥੇ ਜਿਹੜਾ ਹੈਗਾ ਪ੍ਰਦਰਸ਼ਨ ਕਰਨ ਵਾਸਤੇ ਪਾਰਲੀਮੈਂਟ ਦੇ ਬਾਹਰ ਜਾਵਾਂਗੇ। ਜਿੱਥੇ ਸਾਨੂੰ ਰੋਕੇਗੀ ਪੁਲਿਸ, ਅਸੀਂ ਉੱਥੇ ਹੀ ਰੁਕ ਜਾਵਾਂਗੇ। ਇਹ ਸਾਡਾ ਮੋਰਚੇ ਦਾ ਫੈਸਲਾ ਹੈਗਾ। 29 ਨਵੰਬਰ ਦਾ ਇਹ ਹੈਗਾ। ਦੇਖਿਆ 26 ਨਵੰਬਰ ਨੂੰ 1 ਸਾਲ ਹੋਣ ਜਾ ਰਿਹਾ ਪੂਰਾ ਚਾਵਲਾ ਸਾਹਿਬ। 29 ਨਵੰਬਰ ਨੂੰ ਇਹਨਾਂ ਨੇ ਪਾਰਲੀਮੈਂਟ ਦੇ ਵੱਲ ਮਾਰਚ ਕਰਨ ਦਾ ਫੈਸਲਾ ਕੀਤਾ ਹੋਇਆ। ਟਕੈਤ ਸਾਹਿਬ ਕਹਿੰਦੇ ਆ ਵੀ ਤਿਆਰ ਰਹੋ, ਆਪਾਂ ਸਾਰੇ ਭਾਰਤ ਦੇ ਕਿਸਾਨ ਆਪਾਂ ਟਰੈਕਟਰ ਮਾਰਚ ਕਰਨ ਕਦੇ ਵੀ ਜਾ ਸਕਦੇ ਹਾਂ। ਚਾਵਲਾ ਸਾਹਿਬ ਜੀ, ਲਖੀਮਪੁਰ ਖੀਰੀ ਮਾਮਲਾ, ਸੁਪਰੀਮ ਕੋਰਟ ਨੇ ਕਿਹਾ ਹੈ ਕਿ ਹੋਰ ਸੂਬੇ ਦੀ ਹਾਈ ਕੋਰਟ ਦੇ ਜੱਜ ਦੀ ਨਿਗਰਾਨੀ ਵਿੱਚ ਜਾਂਚ ਕਰਾਉਣਾ ਜ਼ਰੂਰੀ ਹੈ। ਯੂਪੀ ਦੇ ਵਕੀਲ ਦੇ ਕਹਿਣ ਤੇ ਸੋਮਵਾਰ ਤੱਕ ਦਾ ਸਮਾਂ, ਕੀ ਕਹਿਣਾ ਚਾਹੋਗੇ? ਚਾਵਲਾ ਸਾਹਿਬ, ਪਹਿਲੀ ਗੱਲ ਤਾਂ ਹੈ ਕਿ ਉੱਥੇ SP ਹੈਗੇ ਸੀਗੇ ਜਿਹੜੇ ਕਿ ਬਦਲੇ ਗਏ ਆ। ਵਿਜੇ ਢੁੱਲ ਉਹਦੀ ਥਾਂ ਤੇ ਸੰਜੀਵ ਆ ਗਏ ਆ। ਕਿਸੇ ਵੀ ਜੋ ਜਾਂਚ ਪੜਤਾਲ ਚੱਲ ਰਹੀ ਹੁੰਦੀ ਆ, ਇੱਕ ਨਿਯਮ ਵਿਧਾਨ ਹੈ, ਇੱਕ ਸਿਧਾਂਤ ਹੁੰਦੇ ਆ ਕਿ ਉਸ ਪੜਤਾਲ ਦੇ ਵਿੱਚ ਕਿਸੇ ਅਧਿਕਾਰੀ ਨੂੰ ਬਦਲਿਆ ਨਹੀਂ ਜਾ ਸਕਦਾ। ਪਰ ਇਹ ਤੀਜਾ ਅਧਿਕਾਰੀ ਹੈ ਜਿਹੜਾ ਬਦਲਿਆ ਗਿਆ। ਪਹਿਲਾਂ DIG ਜਿਹੜਾ ਕਿ ਅਰੈਸਟ ਕਰਨ ਵਾਲਾ ਹੈਗਾ ਅਸ਼ੀਸ਼ ਮਿਸ਼ਰਾ ਨੂੰ, ਉਹ ਬਦਲਿਆ ਗਿਆ, ਤੇ ਇੱਕ DM ਬਦਲਿਆ ਗਿਆ, ਇੱਕ ਤੀਜਾ SP ਬਦਲਿਆ ਗਿਆ। ਹੁਣ ਨਹੀਂ ਬਦਲ ਸਕਦੇ। ਦੂਜੇ ਪਾਸੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਚੱਲ ਰਹੀ ਸੀਗੀ। ਸੁਪਰੀਮ ਕੋਰਟ ਨੇ ਸ਼ਰੇਆਮ ਕਹੀ ਹੈ ਗੱਲ ਇਹ ਕਿ ਕਿਸੇ ਵਿਸ਼ੇਸ਼ ਵਿਅਕਤੀ ਨੂੰ ਬਚਾਉਣ ਵਾਸਤੇ ਤੁਸੀਂ ਇਹ ਪੜਤਾਲ ਕਰ ਰਹੇ ਹੋ, ਕਿਸੇ ਵਿਸ਼ੇਸ਼ ਵਿਅਕਤੀ ਨੂੰ ਬਚਾਉਣ ਵਾਸਤੇ ਪੜਤਾਲ ਕਰ ਰਹੇ ਹੋ। ਇਸ ਦੀ ਅਜਿਹੀ ਪੜਤਾਲ ਨਹੀਂ ਹੋਣੀ ਚਾਹੀਦੀ। ਤੁਸੀਂ ਅਜੇ ਤੱਕ ਮੁਕੰਮਲ ਤੌਰ ਤੇ ਪੂਰੇ ਗਵਾਹਾਂ ਦੇ ਬਿਆਨ ਵੀ ਕਲਮਬੰਦ ਨਹੀਂ ਕਰ ਸਕੇ। ਜਿਹੜੀ ਯੂਪੀ ਪੁਲਿਸ ਹੈਗੀ ਆ, ਉਸ ਤੇ ਸਾਨੂੰ ਭਰੋਸਾ ਨਹੀਂ ਹੈਗਾ। ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕੇ ਹਾਂ ਅਸੀਂ ਤੁਹਾਨੂੰ ਕਿ ਅਸੀਂ ਸੂਬੇ ਤੋਂ ਬਾਹਰਲੇ ਹਾਈ ਕੋਰਟ ਦੇ ਜੱਜ ਤੋਂ ਇਹ ਪੜਤਾਲ ਵਿੱਚ ਉਹਦੀ ਸ਼ਮੂਲੀਅਤ ਚਾਹੁੰਦੇ ਆ, ਨਿਗਰਾਨੀ ਉਹਦੀ ਹੋਵੇ। ਪਰ ਦੂਜੇ ਪਾਸੇ ਲਖੀਮਪੁਰ ਖੀਰੀ ਕਾਂਡ ਦੀ ਜਾਣਕਾਰ SP ਵਿਜੇ ਫੁੱਲ ਦੀ ਬਦਲੀ ਦੇ ਨਵੇਂ
SP ਲਗਾਏ ਗਏ ਨੇ, ਸੰਜੀਵ ਸੁਮਨ, ਉਹ ਵੀ ਖਬਰ ਆ ਰਹੀ ਹੈ। ਹਾਂਜੀ ਹਾਂ, ਉਹ ਬਦਲੇ ਗਏ ਨਾ ਚਾਵਲਾ ਸਾਹਿਬ। ਹੁਣ ਜਿਹੜਾ ਬਦਲੇ ਨਹੀਂ ਬਦਲ ਸਕਦੇ ਨਾ ਆਪਾਂ ਜਿਹੜੇ ਜਾਂਚ ਦੇ ਵਿੱਚ। ਸੁਪਰੀਮ ਕੋਰਟ ਨੇ ਇਸ ਵਿੱਚ ਕਹਿੰਦਾ ਚਾਵਲਾ ਸਾਹਿਬ ਕਿ ਤੁਸੀਂ ਸਾਨੂੰ ਟਾਈਮ ਦਿਓ, ਅਸੀਂ ਸੋਮਵਾਰ ਨੂੰ ਇਹ ਸੁਣਾਵਾਂਗੇ ਫੈਸਲਾ, ਸੋਮਵਾਰ ਤੱਕ ਸਾਨੂੰ ਤੁਸੀਂ ਆਪਣੇ ਸਪਸ਼ਟੀਕਰਨ ਦਿਓ। ਹੁਣ ਉਹ ਵਕੀਲ ਨੇ ਕਿਹਾ ਕਿ ਸੋਮਵਾਰ ਤੱਕ ਤੁਹਾਨੂੰ ਅਸੀਂ ਦੇਵਾਂਗੇ ਸਪਸ਼ਟੀਕਰਨ ਜੀ। ਮੇਰੇ ਖਿਆਲ 'ਚ ਜਾਂਚ ਬਾਹਰਲੇ ਸੂਬੇ ਦੀ ਹਾਈ ਕੋਰਟ ਦੇ ਕਿਸੇ ਜੱਜ ਨੂੰ ਜਾ ਸਕਦਾ ਚਾਵਲਾ ਸਾਹਿਬ। ਸਮੇਂ ਦੀ ਗੱਲ ਆ, ਵੇਖ ਲਓ ਤੁਸੀਂ ਸਮੇਂ ਦੇ ਉੱਤੇ ਕਿਵੇਂ ਗੱਲ ਕੀਤੀ ਕਿ ਸਮੇਂ ਸਮਰੱਥ ਉਹੀ ਅਰਜਨ ਦੇ ਤੀਰ, ਉਹੀ ਅਰਜਨ ਦੇ ਹੱਥ। ਸੁੱਖੀ ਰੰਧਾਵਾ ਕੈਪਟਨ ਸਾਹਿਬ ਦੇ ਬਾਹਰ ਪਏ ਨੇ, ਬਾਰ ਬਿਆਨ ਆ ਰਹੇ ਨੇ, ਵੇਖ ਲਓ ਤੁਸੀਂ, ਹੈ ਨਾ। ਕੁਰਸੀ ਨੂੰ ਸਲੂਟਾਂ ਨੇ, ਕੁਰਸੀ ਨੂੰ ਸਲਾਮਾਂ ਨੇ, ਹੈ ਨਾ। ਗੁਰਕਾ ਸਾਹਿਬ ਦੀ ਸਹੁੰ ਖਾ ਕੇ ਵੀ ਅਮਰਿੰਦਰ ਨੇ ਕੁਝ ਨਹੀਂ ਕੀਤਾ, ਤੇ ਕੱਲ ਤੱਕ ਸਾਡੇ ਨਾਲ ਤਾਂ ਹੁਣ ਤਾਂ ਮੇਰੇ ਖਿਆਲ 'ਚ ਆਏ ਹੀ ਨਹੀਂ ਕਦੀ। ਕਾਂਗਰਸੀ ਕਾਫੀ ਦਿਨ ਹੋ ਗਏ ਆ, ਪਤਾ ਨਹੀਂ ਕਿੱਥੇ ਗਏ ਨੇ, ਇੰਡੀਆ ਨਾਲ ਗਏ ਹੁਣ ਘੁੰਮਣ ਫਿਰਨ। ਤੇ ਗੁਰਕਾ ਸਾਹਿਬ ਦੀ ਸਹੁੰ ਖਾ ਕੇ ਵੀ ਕੁਝ ਨਹੀਂ ਕੀਤਾ। ਇਹੀ ਟਵਿਸਟ ਕਰਦੇ ਸੀ ਗੱਲਾਂ ਕਿ ਨਹੀਂ ਜੀ ਨਹੀਂ, ਉਹ ਤਾਂ ਕੁਝ ਹੋਰ ਹੀ ਕਿਹਾ। ਮੇਰੇ ਕੋਲ ਲਿਖਤਾਂ ਪਈਆਂ ਨੇ, ਹੈ ਨਾ। ਹੁਣ ਉਹੀ ਵੇਖ ਲਓ, ਫਿਰ ਕੀ ਕਹਿਣਾ ਚਾਹੋਗੇ ਤੁਸੀਂ? ਚਾਵਲਾ ਸਾਹਿਬ, ਕੈਪਟਨ ਅਮਰਿੰਦਰ ਸਿੰਘ ਹੁਣ ਕਾਂਗਰਸ ਦੇ ਨਹੀਂ ਰਹੇ, ਤੇ ਕਾਂਗਰਸ ਵਾਸਤੇ ਚੁਣੌਤੀ ਨੇ। ਉਹ ਚੁਣੌਤੀ, ਜਿਹੜਾ ਬੰਦਾ ਹੁੰਦਾ ਪੋਲਿਟਿਕਸ ਦੇ ਵਿੱਚ ਦੁਸ਼ਮਣ ਹੁੰਦਾ ਪੋਲੀਟੀਸ਼ੀਅਨ ਦਾ। ਤੇ ਸੁੱਖੀ ਰੰਧਾਵਾ ਵੀ ਉਸੇ ਤਰ੍ਹਾਂ ਉਹਨੂੰ ਟ੍ਰੀਟ ਕਰ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਨੂੰ। ਸੁੱਖੀ ਰੰਧਾਵਾ ਨੇ ਬੜੇ ਵੱਡਾ ਇਹ ਬਿਆਨ ਹੈ ਆਪਣੇ ਆਪ 'ਚ ਕਿ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਵੀ ਕੈਪਟਨ ਨੇ ਕੁਝ ਨਹੀਂ ਕੀਤਾ, ਕੋਈ ਵੀ ਕਾਰਵਾਈ ਨਹੀਂ ਕੀਤੀ, ਸਗੋਂ ਨਸ਼ਾ ਤਸਕਰਾਂ ਦੀ ਪੁਸਤ ਪਨਾਈ ਕੀਤੀ ਹੈ, ਉਹਨਾਂ ਨੂੰ ਬਚਾਉਣ ਵਾਸਤੇ ਕਾਰਵਾਈ ਕੀਤੀ। ਹੈਰਾਨੀ ਦੀ ਗੱਲ ਹੈ ਕਿ ਹੁਣ ਤੱਕ ਵੀ ਜਿਹੜੀ ਸਿੱਟ ਦੀ STF ਦੀ ਜਿਹੜੀ ਰਿਪੋਰਟ ਸੀਗੀ, ਉਹ ਤੁਸੀਂ ਨਸ਼ਰ ਨਹੀਂ ਕਰ ਸਕੇ, ਖਿਲਾ ਨਹੀਂ ਸਕੇ ਹਾਈ ਕੋਰਟ ਦੇ ਵਿੱਚੋਂ। ਅਸੀਂ 18 ਤਰੀਕ ਨੂੰ ਡਬਲ ਬੈਂਚ ਦੇ ਕੋਲੇ ਇਹ ਰਿਪੋਰਟ ਖਿਲਾਉਣ ਜਾ ਰਹੇ ਹਾਂ। ਜਿਹੜੇ ਦੋਸ਼ੀ ਹੋਏ ਉਹਨੂੰ ਬਖਸ਼ਾਂਗੇ ਨਹੀਂ ਅਸੀਂ। ਬੇਅਦਬੀ ਦੇ ਮਾਮਲਾ ਦਾ ਹੋਗਾ ਚਾਵਲਾ ਸਾਹਿਬ, ਤੇ ਨਾਲੇ ਹੋ ਗਏ ਆ ਨਸ਼ਿਆਂ ਵਾਲੀ ਗੱਲ, ਕਹਿੰਦੇ ਅਸੀਂ ਇਹਨਾਂ ਨੂੰ ਬਖਸ਼ਾਂਗੇ ਨਹੀਂ। ਵੱਡੀਆਂ ਗੱਲਾਂ ਸਾਹਮਣੇ ਆ ਰਹੀਆਂ ਚਾਵਲਾ ਸਾਹਿਬ ਇਸ ਟਾਈਮ। ਬੜੇ ਨਾਟਕੀ ਤਰੀਕੇ ਦੇ ਨਾਲ ਪ੍ਰੈਸ ਕਾਨਫਰੰਸ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ, ਜਿਵੇਂ ਸੁੱਖੀ ਰੰਧਾਵਾ ਆਪਣੇ ਤਰੀਕੇ ਨਾਲ ਕਰ ਰਹੇ ਨੇ। ਇੱਕ ਪਾਸੇ ਚੰਦੂਮਾਜਰਾ ਸਾਹਿਬ, ਮਹੇਸ਼ਿੰਦਰ ਸਿੰਘ ਗਰੇਵਾਲ, ਇੱਕ ਚੀਮਾ ਸਾਹਿਬ, ਤਿੰਨ ਬਹਿ ਕੇ ਇੱਕ ਨਾਟਕ ਦਾ ਜਿਹੜਾ ਰੂਪਾਂਤਰ ਕਰਦੇ ਆ, ਇੱਕ ਨਾਟਕੀ ਸਿਸਟਮ ਨੂੰ ਕਰਦੇ ਆ ਕਿ ਕਿੱਦਾਂ ਪੰਜਾਬ ਭਵਨ ਦੇ ਵਿੱਚ ਇੱਕ ਸਾਜ਼ਿਸ਼ ਘੜੀ ਗਈ, ਜਿਹਦੇ ਵਿੱਚ ਰਣਵੀਰ ਸਿੰਘ ਖੱਟੜਾ ਨੂੰ ਬਕਾਇਦਾ ਤੌਰ ਤੇ ਰਣਵੀਰ ਸਿੰਘ ਖੱਟੜਾ ਨੂੰ ਇਸ ਵਿੱਚ ਲਿਆ ਗਿਆ। ਕਿੱਦਾਂ ਸੁਖਬੀਰ ਬਾਦਲ ਦੇ ਖਿਲਾਫ ਕੇਸ ਦਰਜ ਕਰਨਾ, ਰਣਵੀਰ ਸਿੰਘ ਖੱਟੜਾ ਨੂੰ ਵੱਡਾ ਅਹੁਦਾ ਮਿਲੇਗਾ, ਰਣਵੀਰ ਸਿੰਘ ਖੱਟੜਾ ਦੇ ਪੁੱਤਰ ਸੁਖਬੀਰ ਸਿੰਘ ਖੱਟੜਾ ਨੂੰ ਟਿਕਟ ਮਿਲੇਗੀ। ਇਸ ਤੋਂ ਇਲਾਵਾ ਇੱਕ ਰਜਿੰਦਰ ਕੌਰ ਮੀਮਸਾ ਹੈਗੀ ਆ, ਰਜਿੰਦਰ ਕੌਰ ਮੀਮਸਾ ਵੱਲੋਂ ਸ਼ਿਕਾਇਤ ਦਵਾਉਣੀ ਆ, ਔਰ ਉਹ ਸ਼ਿਕਾਇਤ ਦਵਾ ਕੇ DGP ਨੂੰ ਪੁੱਛਿਆ ਜਾਏਗਾ ਕਿ ਮੇਰੀ ਸ਼ਿਕਾਇਤ ਤੇ ਕੋਈ ਕਾਰਵਾਈ ਕਿਉਂ ਨਹੀਂ ਹੋਈ। ਇੱਕ ਨਾਟਕੀ ਤਰੀਕੇ ਨਾਲ ਵੀ ਏਦਾਂ ਕੰਮ ਜਿੱਦਾਂ ਕਿਵੇਂ ਸਕ੍ਰਿਪਟ ਲਿਖੀ ਜਾ ਰਹੀ ਹੈ, ਮਤਲਬ ਕਿਵੇਂ ਸਕ੍ਰਿਪਟ ਲਿਖੀ ਜਾ ਰਹੀ ਆ ਕਿ ਗੁਰੂ ਘਰ ਦੀ ਹੋਈ ਬੇਅਦਬੀ, ਗੁਰੂ ਗ੍ਰੰਥ ਸਾਹਿਬ ਜੀ ਦੀ ਚੈਲੰਜ ਕਰਕੇ ਹੋਈ ਬੇਅਦਬੀ। ਇੱਕ ਪਾਸੇ ਬੇਅਦਬੀ ਕਰਨ ਵਾਲਿਆਂ ਨੇ ਸ਼ਰੇਆਮ ਚੈਲੰਜ ਕੀਤਾ, ਤੁਹਾਡਾ ਗੁਰੂ ਸਾਡੇ ਕੋਲ ਹੈ, ਇਸ਼ਤਿਹਾਰ ਲਾਤੇ, ਠੋਕ ਕੇ ਮਾਰੀਆਂ ਚਪੇੜਾਂ ਸਾਡੇ ਇੰਨਾ ਹੀ ਕੌਮ ਦੇ ਜਥੇਦਾਰਾਂ ਦੇ ਆਗੂਆਂ ਦੇ। ਉਹਨਾਂ ਨੇ ਸਾਰਾ ਕੁਝ ਘਟਨਾਕ੍ਰਮ ਹੋਣ ਤੋਂ ਬਾਅਦ ਅਕਾਲ ਤਖਤ ਸਾਹਿਬ ਵੱਲੋਂ ਮਾਫੀ, ਚੰਦੂ ਮਾਜਰਾ ਦੇ ਬਿਆਨ ਛਪਣੇ, ਗੁਰੂ ਦੀ ਗੋਲਕ। ਫਿਰ ਕੀ ਕਹੀਏ, ਇਹ ਸਕ੍ਰਿਪਟ ਨਹੀਂ ਸਾਰੀ, ਹੈ ਨਾ। ਬਿਲਕੁਲ ਇਹ ਸਕ੍ਰਿਪਟ ਨਹੀਂ। ਇੱਕ ਆਮ ਬੰਦਾ ਤੇ ਤਰਫ ਉੱਠਦਾ ਨਾ ਵੀ ਇਹਨਾਂ ਦੀਆਂ ਕਰਤੂਤਾਂ, ਵੀ ਇਹ ਯਾਰ ਆ ਕੁਝ ਹੋ ਰਿਹਾ। ਲਾਹਨਤੋ ਦਾਗੀਓ, ਦਾਗੀ ਜਹੇਦਾਰੋ, ਦਾਗੀ ਕੌਮ ਦੇ ਲੀਡਰ, ਲਾਹਨਤ ਤੁਹਾਡੀ ਦੁੱਧ ਤੇ ਲਾਹਨਤ ਕੀ ਕਰੀਏ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਸੰਦਰਭ ਚ ਕਹਿ ਰਿਹਾ, ਲਾਹਨਤ ਹੈ ਤੁਹਾਡੀ ਸੋਚ ਤੇ। ਸਿਰਫ ਕੁਰਸੀ ਦੇ ਪਾਵੇ ਚੰਗੇ ਲੱਗਦੇ ਤੁਹਾਨੂੰ। ਜਿਸ ਧਰਤੀ ਤੇ ਤੁਸੀਂ ਰਾਜਨੀਤੀ ਕਰਦੇ ਹੋ ਨਾ, ਉਸ ਧਰਤੀ ਤੇ ਮੁਰਦੇ ਦੇ ਕਫਨ ਨੂੰ ਜੇਬ ਨਹੀਂ ਜਿਉਂਦੀ। ਕੀ ਬਾਤ ਹੈ। ਉੱਥੇ ਚਿੱਟਾ ਕੱਪੜਾ ਪਾਇਆ ਜਾਂਦਾ ਤੇ ਨਾਲਾ ਵੀ ਨਹੀਂ ਬੰਨਿਆ ਜਾਂਦਾ। ਸਮਝ ਲੱਗੀ ਜੀ ਮੇਰੀ ਗੱਲ। ਜਿਸ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਰੇ ਤੁਸੀਂ ਇਹੋ ਜਿਹੀਆਂ ਭੂਮਿਕਾ ਨਿਭਾਈਆਂ ਨੇ ਨਾ, ਚਾਹੇ ਜਿਹਨੇ ਨਿਭਾਈ ਉਹਦੇ ਬਾਰੇ ਆ, ਜਿਹਨੇ ਨਿਭਾਈ ਉਹਦੇ ਬਾਰੇ ਆ। ਦੂਜਾ ਐਵੇਂ ਗੁੱਸਾ ਨਾ ਕਰਿਓ, ਨਾ ਉਹਦੇ ਇੱਥੇ
ਏਲਚੀ ਗੁੱਸਾ ਕਰਨ ਆ ਪਿੱਛੇ ਜੇ ਮੇਰੀ ਇੱਕ ਪਰ ਥੋੜੇ ਦਿਨ ਮੇਰੇ ਕੋਲ ਐਡ ਆਈ ਇੱਕ ਆਪਣੇ ਕੀ ਦੱਸਾਂ ਬੜੇ ਜ਼ੋਰ ਸ਼ੋਰ ਨਾਲ ਗੱਲਬਾਤ ਹੋਈ। ਅੱਛਾ ਵੇਖੋ ਇੱਕ ਹੁੰਦੀ ਆ ਮੈਂ ਆਪਣੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਕਿ ਮੈਨੂੰ ਉਦੋਂ ਦਾ ਬੜਾ ਹਲੂਣਾ ਜਿਹਾ ਵੱਜਿਆ। ਇੱਕ ਮਿੱਤਰ ਨੇ ਐਡ ਦਵਾਈ ਕਹਿੰਦਾ ਮੈਂ ਗੱਲ ਹੀ ਕੋਈ ਨਹੀਂ ਪੈਸੇ ਦੀ ਵੀ ਗੱਲ ਕੋਈ ਨਹੀਂ ਤਾਰੀ ਐਡ ਕਰਨੀ ਹੈ ਕੋਈ ਗੱਲ ਨਹੀਂ ਕਰ ਦਾਂਗੇ ਜੀ ਮੇਰਾ ਦਿਲ ਵਾ ਠੋਕ ਕੇ ਐਡ ਸਵੇਰੇ ਸ਼ਾਮ 7 ਦਿਨ ਚੱਲਦੀ ਪਈ ਹੁਣ ਆਉਂਦਾ ਜੀ ਐਡ ਬੰਦ ਟੈਕਸ ਆ ਗਿਆ ਜੀ ਐਡ ਬੰਦ ਕਰ ਦਿਓ ਜੀ। ਮੈਂ ਕਿਹਾ ਜੀ ਯਾਰ ਗ੍ਰੈਂਡ ਓਪਨਿੰਗ ਤੇ ਹੋਣੀ ਹੈ ਜੀ ਕੀ ਹੋ ਗਿਆ ਬਸ ਜੀ ਕੁਛ ਐਕਸਕਿਊਜ਼ ਹਨਾ ਮਤਲਬ ਆ ਜਿਹੜੀਆਂ ਗੱਲਾਂ ਨੇ ਇਹ ਚੁੱਭਦੀਆਂ ਨੇ ਅੱਜ ਸਵੇਰੇ ਮੈਂ ਗੱਲ ਕੀਤੀ ਸੀ ਕੁਝ ਕਈ ਡੇਰੇਦਾਰਾਂ ਦੇ ਇਹੋ ਜਿਹੇ ਵੀ ਹਨ ਸਿਸਟਮ ਕਿ ਉਹ ਨਾਮ ਦਿੰਦੇ ਨੇ ਕੁਰਲ ਕੰਨਾ ਮੰਨਾ ਕੁਰਲ ਤੇ ਮੂੰਹ 'ਚ ਕਈ ਥੁੱਕਦੇ ਨੇ ਤੇ ਜਿਹਨੇ ਮੂੰਹ 'ਚ ਤੁਹਾਡੇ ਥੁੱਕ ਦਿੱਤਾ ਲੱਖ ਕੁਰਲੇ ਕਰੀ ਜਾਓ ਲਾਂਤੀ ਉਹ ਤਾਹੀ ਤੇ ਗਏ ਤੁਸੀਂ ਤੇ ਗਏ ਬਿਲਕੁਲ ਤੁਸੀਂ ਤੇ ਮਾਂ ਦੇ ਦੁੱਧ ਨੂੰ ਲਾਜ ਲਾਤੀ ਥੁੱਕ ਲਿਆ ਮੂੰਹ ਦੇ ਵਿੱਚ ਦਿਖਾ ਲਿਆ ਨਾਮ ਲੈਣ ਲਈ ਜੇ ਥੁੱਕਦਾ ਕੋਈ ਹੈ ਸੁਣਿਆ ਸੀ ਕਿਤੇ ਕਿਤੇ ਕੀ ਥੁੱਕਦੇ ਵੀ ਆ ਕਈ ਕੰਨਾ ਮਾਟਾ ਕੁਰਲ ਕਹਿੰਦੇ ਆ ਉਸੇ ਨਾਂ ਨੂੰ ਵਿਗਾੜ ਕੇ ਗੱਲ ਸੱਚੀ ਮੈਂ ਕਿਹਾ ਯਾਰ ਕੀ ਗੱਲ ਹੋ ਗਈ ਮਾਂ ਅਜੇ ਤੱਕ ਮੈਂ ਐਨਾਲਿਸਿਸ ਕਰਦਾ ਸੱਚ ਬੋਲਣ ਦਾ ਹੀ ਹੋ ਸਕਦਾ ਵੀ ਉਹ ਕਿਤੇ ਇਹੋ ਜਿਹਾ ਚੱਕਰ ਹੋਊਗਾ ਵੀ ਕਿਸੇ ਨੇ ਕਹਿਤਾ ਕਿ ਨਹੀਂ ਉੱਥੇ ਨਹੀਂ ਕਰਨੀ ਵੀ ਉੱਥੇ ਤੇ ਵੀ ਭਿਉਂ ਕੇ ਮਾਰਦਾ ਸਾਡੇ ਹੋ ਸਕਦਾ ਕੋਈ ਕਿਸੇ ਟਾਊਟ ਦੇ ਨਾਲ ਸੰਬੰਧ ਹੋਵੇ ਹੋ ਸਕਦਾ ਕਿਸੇ ਕੀ ਕਵਾਂ ਹੁਣ ਮੈਂ ਹੁਣ ਆ ਹੁਣੇ ਗੱਲ ਆਪਣੇ ਰਣਜੀਤ ਬਾਵੇ ਦਾ ਗੀਤ ਚੱਲਿਆ ਸੀ ਇੱਥੇ ਕਿ ਸੁੱਖਾ ਜਿੰਦਾ ਮਾਵਾਂ ਨੇ ਕਿੱਥੇ ਜੰਮਣੇ ਆ ਜਿਹੜੀ ਜਾ ਕੇ ਡੇਰਿਆਂ ਦੇ ਵਿੱਚ ਚੌਂਕੀਆਂ ਭਰਦੀ ਉਹਨੇ ਕਿੱਥੇ ਸੁੱਖਾ ਜੰਮਾ ਚੌਂਕੀਆਂ ਭਰਦੀ ਆ ਹਨਾ ਮਤਲਬ ਗੱਲ ਤੇ ਆ ਕਿ ਜਜ਼ਬਾ ਹੈ ਠੀਕ ਆ ਗੱਲ ਕਰੀ ਜਾਂਦੇ ਚੱਲੀ ਜਾਂਦਾ 24.5 ਸਾਲ ਤੋਂ ਇੱਕ ਹੋਰ ਵੀ ਦੱਸ ਦਈਏ ਕਿ ਐਡ ਮੰਗਣ ਨਹੀਂ ਜਾਂਦਾ ਰੰਗਲਾ ਪੰਜਾਬ ਪਹਿਲੀ ਵਾਰੀ ਮੈਂ 100 ਖਾ ਕੇ ਕਹਿਣ ਲੱਗਾ ਏਅਰ ਤੇ ਕਦੀ ਬੋਲਣਾ ਨਹੀਂ ਦਿਲ ਕਰਦਾ ਐਡ ਮੰਗਣ ਨਹੀਂ ਜਾਂਦੇ ਜਿੰਨੇ ਹੈਗੇ ਨੇ ਉਹਨਾਂ ਨੂੰ ਮੈਂ ਇੱਥੋਂ ਪ੍ਰਮੋਟ ਕਰਦਾ ਇੱਥੋਂ ਦਿਲੋਂ ਆਪਣਾ ਬਿਜ਼ਨਸ ਸਮਝ ਕੇ ਕਈ ਵਾਰੀ ਇਹ ਵੀ ਮਹਿਸੂਸ ਕਰਦੇ ਯਾਰ ਬੜਾ ਪ੍ਰਮੋਟ ਕਰ ਯਾਰ ਮੇਰਾ ਫਰਜ਼ ਆ ਉਹਨੇ ਮੈਨੂੰ ਪੈਸੇ ਦਿੱਤੇ ਆ ਉਹ ਛੱਡ ਕੇ ਚੱਲ ਜਾਵੇ ਗੱਲ ਵੱਖਰੀ ਆ ਉਹ ਮੈਨੂੰ ਨਾ ਦੱਸੇ ਕਿ ਮੈਂ ਤੇਰੇ ਨਾਲ ਕਿਉਂ ਨਾਰਾਜ਼ ਆ ਗੱਲ ਵੱਖਰੀ ਉਹਦੀ ਖਾਤਰ ਮੈਂ ਦੁਸ਼ਮਣੀਆਂ ਵੀ ਪਾਈਆਂ ਹੋ ਸਕਦੀਆਂ ਉਹਦੀ ਜ਼ਮੀਰ ਆ ਮੇਰੀ ਜ਼ਮੀਰ ਨਹੀਂ ਮੇਰੀ ਜ਼ਮੀਰ ਆ ਉਹਨੇ ਮੈਨੂੰ ਪੈਸੇ ਦਿੱਤੇ ਆਹ ਕੰਮ ਕਰਨਾ ਇੰਨੀ ਵਾਰੀ ਬੋਲਣਾ ਮੈਂ ਬੋਲੂੰਗਾ ਠੋਕ ਕੇ ਬੋਲੂੰਗਾ ਆਪਣਾ ਸਮਝ ਕੇ ਬੋਲੂੰਗਾ ਸੋ ਹੋ ਗਈ ਬੰਦ ਮੈਂ ਕਿਹਾ ਕੋਈ ਗੱਲ ਨਹੀਂ ਪਰ ਗੱਲ ਆ ਜਿੱਥੇ ਆ ਕੇ ਆਪਾਂ ਹੁਣ ਗੱਲ ਫੇਰ ਉਹੀ ਪੱਟੀ ਸਾਹਿਬ ਕਰ ਆਪਣੇ ਕੀਦਾ ਸਾਹਿਬ ਕਰਨ ਲੱਗੇ ਆ ਕਿ ਸੱਚ ਯਾਰ ਸੱਚ ਤੇ ਸੱਚ ਆ ਨਾ ਵੀ ਜੇ ਤੁਸੀਂ ਵਾਕਿਆ ਹੀ ਨਿੱਜੀ ਮਫਾਦਾਂ ਦੀ ਖਾਤਰ ਇਹ ਕੰਮ ਕੀਤਾ ਤੇ ਤੁਸੀਂ ਮਾਂ ਦੇ ਦੁੱਧ ਨੂੰ ਦਾਗ ਲਾਤਾ ਖੈਰ ਅੱਗੇ ਵਧਦੇ ਆ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ 2-4 ਮਿੰਟ ਹੈਗੇ ਨੇ ਆਪਣੇ ਕੋਲ ਚਾਵਲਾ ਸਾਹਿਬ ਗੱਲ ਇਸ ਤਰ੍ਹਾਂ ਬਈ ਜਿਹੜਾ ਇਹ ਨਾ ਹੁਣ ਨਵੇਂ ਤਰ੍ਹਾਂ ਦੇ ਇੱਕ ਡਰਾਮੇਬਾਜ਼ੀ ਦੀ ਪੋਲਿਟਿਕਸ ਹੋ ਰਹੀ ਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਇਹ ਜੱਜ ਨਹੀਂ ਰਹੀ ਇਹ ਚੰਗੀ ਨਹੀਂ ਹੈ ਗੈਰ ਸਿਧਾਂਤ ਕੰਮ ਸਾਰਾ ਚੱਲ ਰਿਹਾ ਨਹੀਂ ਇਹਨਾਂ ਨੂੰ ਪਤਾ ਆ ਫਿਰ ਆਪਾਂ ਜੇ ਉੱਥੇ ਚੱਲ ਗਏ ਅਗਲਿਆਂ ਨੇ ਚਪੇੜਾਂ ਮਾਰੀਆਂ ਟੋਇਆ ਵੇਖਿਆ ਬੇਅਦਬੀ ਹੋ ਗਈ ਕਿਹਦਾ ਫੋਨ ਆਇਆ ਸੀਗਾ ਵੀ ਪਿੰਡ ਦੀ ਤਲਾਸ਼ੀ ਰੁਕ ਗਈ ਨਾਲ ਹੀ ਰੁਕ ਗਈ ਕਿਹਦਾ ਫੋਨ ਇਹਦਾ ਮਤਲਬ ਰਲੇ ਮਿਲੇ ਨੇ ਸਾਰੇ ਸਭ ਰਲੇ ਮਿਲੇ ਨੇ ਚਾਹੇ ਉਹ ਚੰਦੂ ਮਾਜਰਾ ਹੋਵੇ ਚਾਹੇ ਕੋਈ ਵੀ ਹੋਵੇ ਰਲੇ ਮਿਲੇ ਅਣਪਛਾਤੀ ਪੁਲਿਸ ਲੱਭਦੀ ਪਈ ਨਹੀਂ ਖੈਰ ਨਹੀਂ ਵੇ ਕਾਲ ਲੈ ਲਈਏ ਆਪਾਂ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਕਿੱਦਾਂ ਸਾਹਿਬ ਚਾਹਾ ਸਾਹਿਬ ਜੀ ਆਓ ਜੀ ਕਿੱਦਾਂ ਸਾਹਿਬ ਤੁਸੀਂ ਹੁਣੇ ਪ੍ਰੈਸ ਕਾਨਫਰੰਸ ਦੀ ਗੱਲ ਕਰਦੇ ਸੀ ਅਕਾਲੀਆਂ ਦੀ ਮਹੇਸ਼ਿੰਦਰ ਸਿੰਘ ਦੀ ਤੇ ਦੂਜੇ ਚੰਦੂ ਮਾਜਰਾ ਦੀ ਤੁਸੀਂ ਐਨਾਲਿਸਿਸ ਪੱਤਰਕਾਰ ਤੇ ਕਰੋ ਇਹਨਾਂ ਨੇ ਜਿਹੜਾ ਡਰਾਵਾ ਕੀਤਾ ਸੀ ਤੁਸੀਂ ਆਪਣੇ ਪੱਤਰਕਾਰ ਤੇ ਐਨਾਲਿਸਿਸ ਕਰੋ ਇਹਦਾ ਕਾਰਨ ਕੀ ਹੋ ਸਕਦਾ ਵੀ ਇਹਦੇ ਵਿੱਚ ਜਿਵੇਂ ਕਹਿੰਦੇ ਚੋਰ ਦੀ ਦਾੜੀ ਚਮਕਾ ਜਾਂ ਕਿਸ ਤਰ੍ਹਾਂ ਜਾਂ ਕੋਈ ਇਹੋ ਜਿਹੀ ਗੱਲ ਹੋਈ ਹੈ ਜਾਂ ਅੰਦਰ ਉਹਨਾਂ ਦੇ ਵਿੱਚ ਬੰਦਾ ਦੂਜੇ ਨੰਬਰ ਦੇ ਉੱਤੇ ਉਹਨਾਂ ਨੇ ਦੁਬਾਰਾ ਸੱਚੇ ਟਾਈਮ ਮੰਗ ਲਿਆ ਉਹ ਤੋਂ ਰਾਮ ਰਹੀਮ ਤੋਂ ਉਹ ਮਤਲਬ ਕੋਰਟ ਤੋਂ ਵੀ ਇਹਨੂੰ ਦੁਬਾਰਾ ਸਾਨੂੰ ਇੰਟਰੋਗੇਸ਼ਨ ਕਰਨ ਵਾਸਤੇ ਤੇ ਅਕਾਲੀਆਂ ਨੇ ਬਿਆਨ ਦੇ ਦਿੱਤਾ ਵੀ ਇਹ ਦੁਬਾਰਾ ਕਿਉਂ ਜਾ ਰਹੀ ਹੈ ਇਹਨਾਂ ਨੂੰ ਕੀ ਤਕਲੀਫ ਹੋਈ ਹੈ ਕਿ ਸਾਡਾ ਨਾਂ ਨਾ ਲੈ ਦਿਓ ਕੋਈ ਬੋਲਦਾ ਨਹੀਂ ਕੁਝ ਨਾ ਬੋਲਦਾ ਨਹੀਂ ਪਿਆ ਵੀ ਗੁਰੂ ਦੀ ਗੋਲਕ ਦੇ ਵਿੱਚੋਂ ਮਾਫ ਕਰਨ ਵਾਲੇ ਵੱਡੇ ਨੇ ਤੇ ਕਹਿ ਦਿੱਤਾ ਬੜਾ ਇਤਿਹਾਸਕ ਫੈਸਲਾ ਸਾਡੇ ਲੀਡਰ ਦਾ ਗੁਰੂ ਦੀ ਗੋਲਕ ਦੇ ਵਿੱਚੋਂ ਇਸ਼ਤਿਹਾਰ ਛਾਪਦੇ ਪਏ ਕਿਤੇ ਸਾਡਾ ਨਾਂ ਨਾ ਅਜੇ ਚੋਣਾਂ ਆ ਗਈਆਂ ਨੇ ਹਾਂਜੀ ਕੀਤਾ ਸਾਹਿਬ ਚਾਵਲਾ ਸਾਹਿਬ ਬਹੁਤ ਵੱਡੀ ਗੱਲ ਕੀਤੀ ਆਪਣੇ ਕਾਲਰ ਨੇ ਇਹ ਜੀ ਅਸਲ ਵਿੱਚ ਇਹ ਜਿਹੜਾ ਨਾ ਇਹ ਹੈਗਾ ਨਾ ਪਿਛਲੇ ਪਾਸੇ ਇਹੀ ਹੈ ਸੁਖਬੀਰ ਬਾਦਲ ਦਾ ਨਾਂ ਆ ਚੁੱਕਿਆ ਇਸ ਮਾਮਲੇ ਦੇ ਵਿੱਚ
ਜਿਹੜਾ ਸੁਖਬੀਰ ਬਾਦਲ ਦਾ ਬੇਅਦਬੀ ਦੇ ਮਾਮਲੇ ਵਿੱਚ ਨਾਂ ਹੁਣ ਵੀ ਆ ਚੁੱਕਿਆ। ਅੱਛਾ, ਇਹੀ ਗੱਲ ਹੈ ਕਿ ਜਿਹੜਾ ਅਗਲਾ ਕੁਐਸਚਨ ਨਾਲ ਮੈਂ ਲਿੰਕ ਕਰਦਾ ਕਿ 22 ਅਕਤੂਬਰ ਨੂੰ ਪੰਜਾਬ ਭਵਨ 'ਚ ਵਿਸ਼ੇਸ਼ ਸਾਜ਼ਿਸ਼ ਤਿਆਰ ਕੀਤੀ, ਕਿਆ ਚੰਦੂ ਮਾਜਰਾ ਚੀਮਾ ਤੇ ਮੇਹੀ। ਉਹੀ ਤਾਂ ਗੱਲ ਹੈ ਨਾ, ਉਹੀ ਤਾਂ ਮੈਂ ਦੱਸਣਾ ਪ੍ਰੈਸ ਕਾਨਫਰੰਸ ਵਿੱਚ ਕਹਿ ਰਹੇ ਨੇ ਜੀ ਇਹ ਵੀ 22 ਅਕਤੂਬਰ ਨੂੰ 11 ਵਜੇ ਤੋਂ ਲੈ ਕੇ 2 ਵਜੇ ਤੱਕ ਪੰਜਾਬ ਭਵਨ ਦੇ ਇੱਕ ਗੈਸਟ ਹਾਊਸ ਦੇ ਵਿੱਚ ਸਾਜ਼ਿਸ਼ ਘੜੀ ਗਈ ਆ, ਜਿਹਦੇ ਵਿੱਚ ਰਣਵੀਰ ਖੱਟੜਾ ਸੀਗੇ, ਕੁਸ਼ਲਦੀਪ ਢਿੱਲੋਂ ਸੀਗੇ, ਹੋਰ ਕਈ ਸਾਰੇ ਬੰਦੇ ਸੀ ਜਿਨ੍ਹਾਂ ਨੇ ਸੁਖਬੀਰ ਬਾਦਲ ਦੇ ਖਿਲਾਫ ਕਹਿੰਦੇ ਕੇਸ ਦਰਜ ਕਰਨ ਵਾਸਤੇ ਵਿਸ਼ੇਸ਼ ਤਰ੍ਹਾਂ ਦੀ ਇੱਕ ਮੁਹਿੰਮ ਚਲਾਈ ਗਈ ਆ। ਅਸਲ 'ਚ ਮਸਲਾ ਇਹ ਹੈ ਵੀ ਪਿਛਲੇ ਪਾਸੇ ਸੁਖਬੀਰ ਦੇ ਖਿਲਾਫ ਬਹੁਤ ਕੁਝ ਹੋ ਰਿਹਾ ਹੈ। ਉਹ ਜਿਹੜਾ ਸਰਸੇ ਵਾਲੇ ਤੋਂ ਪੁੱਛਗਿੱਛ ਦੁਬਾਰਾ ਉਹ ਪੁਲਿਸ ਰਿਮਾਂਡ ਚਾਹੁੰਦੀ ਆ ਸਰਸੇ ਵਾਲੇ ਦਾ ਪੰਜਾਬ ਦੀ, ਉਹ ਕਹਿੰਦੀ ਆ ਗ੍ਰਿਫਤਾਰ ਕਰਨ ਤੋਂ ਬਿਨਾਂ ਉਹ ਬੋਲ ਨਹੀਂ ਰਿਹਾ। ਉਹ ਜਿਹੜੀਆਂ ਗੱਲਾਂ ਬੋਲੀਆਂ ਨੇ ਉਹਦੇ ਵਿੱਚ ਸਪਸ਼ਟ ਹੋ ਚੁੱਕਿਆ ਕਿ ਇਹ ਸਾਜ਼ਿਸ਼ ਉਹਨਾਂ ਦੇ ਪ੍ਰਬੰਧਕੀ ਕੰਪਲੈਕਸ ਦੇ ਵਿੱਚ ਬਹਿ ਕੇ ਘੜੀ ਗਈ ਸੀ ਮੇਰੇ ਸਿਰਸੇ ਦੇ ਪੂਰੀ ਬੇਅਦਬੀ ਦੀ ਸਾਜ਼ਿਸ਼ ਪ੍ਰਬੰਧਕੀ ਜਿੱਥੇ ਕਿ ਮੌਜੂਦ ਸੀ ਸਿਰਸੇ ਦਾ ਮੁਖੀ ਮਾਲਕ ਜਿਹੜਾ ਹੈਗਾ ਡੇਰੇ ਦਾ ਰਾਮ ਰਹੀਮ, ਉਹ ਮੌਜੂਦ ਸੀ ਉੱਥੇ, ਘੜੀ ਗਈ ਸਾਜ਼ਿਸ਼। ਔਰ ਇਹ ਕੋਈ ਮਾਮੂਲੀ ਗੱਲ ਨਹੀਂ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਾਫੀ ਦਿਵਾਉਣਾ ਫਿਰ ਮਾਫੀ ਵਾਪਸ ਲੈਣਾ, ਇਹ ਮਾਮੂਲੀਆਂ ਗੱਲਾਂ ਨਹੀਂ ਹੈਗੀਆਂ। ਪਿੱਛੇ ਸੁਖਬੀਰ ਦਾ ਨਾਮ ਆ ਚੁੱਕਿਆ, ਇਸ ਗੱਲ ਦੇ ਵੀ ਜ਼ਿਕਰ ਹੋ ਚੁੱਕਿਆ। ਬਿਨਾਂ ਸਬੂਤ ਤੋਂ ਸੁਖਬੀਰ ਨੂੰ ਉਹਨਾਂ ਨੇ ਗ੍ਰਿਫਤਾਰ ਨਹੀਂ ਕਰਨਾ। ਹੁਣ ਸਬੂਤ ਪੱਕੇ ਤੋਂ ਪੱਕੇ ਮਿਲ ਰਹੇ ਨੇ ਤੁਹਾਡੇ ਸਾਹਮਣੇ ਆ ਕਿ ਇਹ ਇੱਕ ਮਹੀਨੇ ਦੇ ਵਿੱਚ ਬਹੁਤ ਕੁਝ ਹੋਏਗਾ। ਦੋਸਤੋ ਇੱਕ ਮੈਸੇਜ ਆਇਆ ਵਾ 0147 ਤੋਂ, ਅੱਛਾ ਲੱਗਦਾ ਹੈ, ਕਹਿੰਦੇ ਕਿ ਸਿਰਫ ਪੈਸੇ ਹੀ ਨਹੀਂ ਜਿਹੜੇ ਸਰਵਿਸ ਵੀ ਦਿੰਦੇ ਨੇ ਤੁਹਾਡੇ ਸਪਾਂਸਰ। ਅਸੀਂ ਗਏ ਸੀ ਸੀਕੇ ਲਿਕੁਇਡੇਸ਼ਨ ਤੇ ਬਈ, ਅੱਛਾ ਲੱਗਾ, ਨਾਈਸ ਸਰਵਿਸ। ਮੈਸੇਜ ਆ ਕਿਸੇ ਨੇ ਵੇਖਣਾ ਹੋਵੇ ਅੱਜ 11:58 ਤੇ ਮੈਸੇਜ ਆਇਆ ਤੇ 11:58 ਤੇ ਮੈਂ ਪੜ੍ਹ ਰਿਹਾ ਜੀ। ਕਿਸੇ ਨੇ ਵੇਖਣਾ ਅੱਜ ਦੀ ਤਰੀਕ ਤੇ, ਕਿਉਂਕਿ ਸੋਸ਼ਲ ਨੈਟਵਰਕ ਮੀਡੀਆ ਦਾ ਜ਼ਮਾਨਾ। ਸੋ ਬੜਾ ਅੱਛਾ ਲੱਗਦਾ ਜਦੋਂ ਤੁਸੀਂ ਸਾਡੇ ਬਿਜ਼ਨਸਮੈਨਾਂ ਨੂੰ ਰਿਸਪੌਂਸ ਦਿੰਦੇ ਹੋ। ਇਹੀ ਕਾਰਨ ਹੈ ਕਿ ਮੈਂ 11 ਤੋਂ 12 ਦਾ ਸਮਾਂ ਜਿਹੜਾ ਉਸਨੂੰ ਕੰਟੀਨਿਊ ਕਰਨ ਦਾ ਅੱਜ ਫਿਲਹਾਲ ਮਨ ਬਣਾਇਆ। ਜੇ ਕਿਸੇ ਨੇ ਇਹ ਵੀ ਵੇਖਣਾ ਹੋਵੇ ਕਿ ਅਸੀਂ ਜਿਹੜੀ ਸਟੇਸ਼ਨ ਨੂੰ ਈਮੇਲ ਭੇਜ ਦਿੱਤੀ ਸੀਗੀ ਵੀ ਆਹ ਸਮਾਂ ਅਸੀਂ ਕੱਟ ਕਰਨਾ, ਪਰ ਤੁਹਾਡੇ ਵੱਲੋਂ ਬਹੁਤ ਸਾਰੇ ਫੋਨ ਕਾਲਸ ਆਏ ਜਦੋਂ ਤੁਸੀਂ ਸਾਨੂੰ ਇਹ ਕਹਿਤਾ ਕਿ ਅਸੀਂ ਤੁਹਾਨੂੰ ਪੈਸੇ ਦੇਣ ਨੂੰ ਤਿਆਰ ਹਾਂ, ਪਰ ਪੈਸੇ ਤੁਹਾਡੇ ਕੋਲ ਨਹੀਂ ਲੈਣੇ, ਬਿਜ਼ਨਸਮੈਨਾਂ ਨੂੰ ਸਾਥ ਦੇ ਦਿਓ, ਰਿਸਪੌਂਸ ਦੇ ਦਿਓ, ਦੈਟਸ ਇਟ। ਮੈਂ ਇਹ ਵੀ ਨਹੀਂ ਕਹਿੰਦਾ ਕਿ ਤੁਸੀਂ ਮੇਰੇ ਕੋਲ ਰੰਗਲਾ ਪੰਜਾਬ ਦੇ IPTV ਬਾਕਸ ਦੀ ਸਰਵਿਸ ਲਓ, ਨੋ, ਉਹ ਵੀ ਤੁਹਾਡਾ ਇੰਡੀਵਿਜੂਅਲ ਇਜਾਜ਼ਤਾਨਾ ਤੌਰ 'ਤੇ ਫੈਸਲਾ। ਤੁਸੀਂ ਆਉਣਾ ਚਾਹੁੰਦੇ ਹੋ, ਮੋਸਟ ਵੈਲਕਮ। ਸਾਨੂੰ ਚੰਗਾ ਹੋਊਗਾ, ਸਾਡੇ ਕੋਲ ਇੱਕ ਫਿਗਰ ਹੋਊਗਾ, ਬਿਜ਼ਨਸਮੈਨ ਦਿਖਾਵਾਂਗੇ, ਇੰਨੇ ਪਰਿਵਾਰਾਂ ਨੇ ਸਾਡੇ ਕੋਲ ਸਰਵਿਸ ਲਈ ਆ, ਉਹ ਮਹਿਸੂਸ ਕਰਨਗੇ ਕਿ ਵਾਕਈ ਯਾਰ ਇਹਨਾਂ 'ਚ ਚਲੋ 10% ਜਾਂ 20% ਜਾਂ 30% ਵੀ ਸਾਨੂੰ ਦੇਖਦੇ ਹੋਣਗੇ, ਬਾਕੀ ਰੇਡੀਓ ਐਪ ਅੱਜ ਕੱਲ੍ਹ ਸੋਸ਼ਲ ਨੈਟਵਰਕ ਮੀਡੀਆ ਜੋ ਆ ਸਾਨੂੰ ਉਹ ਸਾਥ ਦੇਣਗੇ। ਇਹ ਇੱਕ ਅੱਜ ਕੱਲ੍ਹ ਦਾ ਟਰੈਂਡ ਚੱਲਿਆ ਜਿਹਦੀ ਕਿ ਅਸੀਂ ਕਦੀ ਵੀ ਦੁਰਵਰਤੋਂ ਨਾ ਮਾਈਕ ਦੀ ਕੀਤੀ ਹੈ ਨਾ ਕਰਨੀ ਹੈ। ਸੋ ਧੰਨਵਾਦ, ਤੁਸੀਂ ਉਹਨਾਂ ਨੂੰ ਸਾਥ ਦਿੱਤਾ, ਬਹੁਤ ਬਹੁਤ ਸ਼ੁਕਰੀਆ। ਸਮਾਂ ਸਾਡਾ ਆਲਮੋਸਟ ਸਮਾਪਤੀ ਵਾਲੇ ਪਾਸੇ ਨੂੰ ਹੈ ਤੇ ਓਵਰ ਟਾਈਮ ਅੱਜ ਨਹੀਂ ਲਾਵਾਂਗੇ ਤੇ ਛੁੱਟੀ ਲੈਂਦੇ ਹਾਂ, ਫਿਰ ਆਗਿਆ ਲੈਂਦੇ ਹਾਂ ਕੀਦਾ ਸਾਹਿਬ ਦੇ ਕੋਲੋਂ। ਕੀਦਾ ਸਾਹਿਬ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮੱਚ। ਧੰਨਵਾਦ ਚਾਵਲਾ ਸਾਹਿਬ, ਬਹੁਤ ਸ਼ੁਕਰੀਆ ਸਾਰੇ ਦਰਸ਼ਕਾਂ ਸਰੋਤਿਆਂ ਦਾ ਜੀ। ਸਤਿ ਸ੍ਰੀ ਅਕਾਲ। ਇਹ ਸਨ ਜੀ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।